ਜਿਹੜਾ ਕਿਸਾਨ ਦਾ ਪੁੱਤਰ ਅਗਰ ਬਾਹਰ ਚਲਾ ਗਿਆ ਅਮਰੀਕਾ, ਤਾਂ ਅਮਰੀਕਾ ਤੋਂ ਡਾਲਰ ਹੀ ਭੇਜੇਗਾ ਨਾ ਆਪਣੇ ਪਿਓ ਨੂੰ, ਆਪਣੀ ਮਾਂ ਨੂੰ, ਆਪਣੇ ਮਾਂ-ਬਾਪ ਨੂੰ। ਜਦੋਂ ਅਗਰ ਪੈਸੇ ਭੇਜ ਰਿਹਾ ਉਹਨੂੰ ਤੁਸੀਂ ਫੰਡਿੰਗ ਕਹੋਗੇ? ਸਾਨੂੰ ਕੀਤੀ ਫੰਡਿੰਗ ਜੀ, ਸਾਡੇ ਗੁਰੂ ਨਾਨਕ ਦੇਵ ਜੀ ਪਹਿਲੇ ਸਾਡੇ ਗੁਰੂ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ, ਉਹ ਸਾਨੂੰ ਫੰਡਿੰਗ ਕਰ ਗਏ। ਸੰਸਾਰ ਹੈਗਾ, ਸੰਸਾਰ ਦੇ ਵਿੱਚ ਅਗਰ ਮਨੁੱਖ ਜੀਵਨ ਹੈਗਾ, ਇਹ ਸਿੱਖਾਂ ਦੇ ਵੱਲੋਂ ਜਿਹੜਾ ਲੰਗਰ ਹੈਗਾ ਉਹ ਚੱਲਦਾ ਰਹੇਗਾ। ਜਿਹਨੂੰ ਮਰਜ਼ੀ ਇਹ ਫੰਡਿੰਗ ਕਹਿੰਦੇ ਰਹਿਣ ਕਿ ਉਹ ਇਹ ਫੰਡਿੰਗ ਕਰ ਗਿਆ, ਕੋਈ ਨਕਸਲਵਾਦੀ ਆ ਗਿਆ ਜੀ, ਕੋਈ ਉਗਰਵਾਦੀ ਆ ਗਿਆ ਜੀ। ਜੇਕਰ ਕਿਸਾਨ ਅਗਰ ਗਲਤ ਹੁੰਦਾ ਤੇ ਕਿਉਂ ਇਹਨਾਂ ਨੇ ਖੱਡੇ ਖੋਦੇ ਜੀ ਬਾਹਰ? ਮੈਂ ਅਗਰ ਕੋਈ ਸੰਪत्ति ਖਰਾਬ ਕਰਾਂਗਾ ਤੇ ਤੁਸੀਂ ਤੇ ਮੇਰੇ ਕੋਲ ਭਰਪਾਈ ਕਰ ਲੋਗੇ। ਹੁਣ ਖੱਟਰ ਸਾਹਿਬ ਨੂੰ ਕਹੋ ਨਾ ਭਰਪਾਈ ਕਰਨ, ਇਹਦਾ ਸਾਰਾ ਜਿੰਨਾ ਵੀ ਕਰੋੜਾਂ ਰੁਪਏ ਹੈਗਾ ਭਰਨ। ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਾ ਜਿਹੜਾ ਨਾ ਇਹ ਪਿੱਠ ਤੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ। ਮੈਨੂੰ ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਜੀ ਜਿਹੜੇ ਹੈਗੇ ਨੇ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਨੈਗੇਟਿਵਿਟੀ ਜਿਹੜੀ ਹੋ ਗਈ ਹੈ ਨਾ, ਉਹਨੂੰ ਮੇਕਅਪ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਜਿਵੇਂ ਜਨਾਨੀਆਂ ਨਹੀਂ ਲਗਾਉਂਦੀ ਸੁਰਖੀ ਬਿੰਦੀ, ਤੇ ਉਹ ਸੁਰਖੀ ਬਿੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਉਹ ਕਹਿੰਦੇ ਅਸੀਂ ਵਾਸੀ ਦੇਸ਼ ਪੰਜਾਬ ਦੇ, ਸਾਡੇ ਡੋਲਿਆਂ ਵਿੱਚ ਹੈ ਜਾਨ, ਅਸੀਂ ਭਰ ਘਿਓ ਦੇ ਪੀਪੇ ਅਸੀਂ ਕੀ ਪਰਵਾਹ ਕਰਦੇ ਆ। ਸਿੱਖ ਨਿਊਜ਼ ਐਕਸਪ੍ਰੈਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਸਾਡੇ ਨਾਲ ਨੇ ਸਰਦਾਰ ਜਗਜੀਤ ਸਿੰਘ ਜੀ ਮੁੱਦਰ, ਜੋ ਕਿ ਇੰਟਰਨੈਸ਼ਨਲ ਸਿੱਖ ਕੌਂਸਲ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਹੇ ਨੇ ਅਤੇ ਇੱਕ ਬਹੁਤ ਵੱਡੇ ਬਿਜ਼ਨਸਮੈਨ ਦੇ ਨਾਲ ਉਹ ਦਿੱਲੀ ਮਾਈਨੋਰਟੀ ਕਮਿਸ਼ਨ ਦੇ ਵਿੱਚ ਐਡਵਾਈਜ਼ਰੀ ਮੈਂਬਰ ਵੀ ਹੈਗੇ ਨੇ। ਇਸ ਟਾਈਮ ਜਿਹੜਾ ਕਿਸਾਨਾਂ ਦਾ ਮੁੱਦਾ ਚੱਲ ਰਿਹਾ ਉਸ ਦੇ ਵਿੱਚ ਵੀ ਉਹ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਸੇਵਾ ਦੇ ਪੱਖੋਂ ਵੱਖ-ਵੱਖ ਜਗ੍ਹਾ ਤੇ ਜਾ ਕਰਕੇ ਉਹ ਆਪਣੇ ਵੱਲੋਂ ਜਿਹੜਾ ਉਹ ਸੇਵਾ ਨਿਭਾ ਰਹੇ ਨੇ। ਕਿਤੇ ਸ਼ਾਲ ਵੰਡੇ ਜਾ ਰਹੇ ਨੇ, ਕਿਤੇ ਉਹ ਮੌਜ਼ੇ ਵੰਡੇ ਜਾ ਰਹੇ ਨੇ, ਕਿਤੇ ਕੁਝ ਹੋਰ ਵੰਡਿਆ ਜਾ ਰਿਹਾ, ਕਿਤੇ ਲੰਗਰ ਵੰਡੇ ਜਾ ਰਹੇ ਨੇ ਤੇ ਆਪਣੀ ਗੱਲ ਬੜੀ ਬੇਬਾਕੀ ਨਾਲ ਰੱਖਦੇ ਨੇ। ਅੱਜ ਸਾਡੇ ਨਾਲ ਜੁੜੇ ਨੇ। ਆਪ ਜੀ ਦਾ ਇਸ ਪ੍ਰੋਗਰਾਮ ਦੇ ਵਿੱਚ ਹਾਰਦਿਕ ਸਵਾਗਤ ਹੈ ਜੀ। ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਭਾਈ ਸਾਹਿਬ ਜੀ, ਇਸ ਸਮੇਂ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਅਸੀਂ ਵੇਖ ਰਹੇ ਹਾਂ, ਇਸ ਨੂੰ ਆਪ ਜੀ ਕਿਵੇਂ ਵੇਖਦੇ ਹੋ? ਵੀਰ ਜੀ, ਜਿਹੜਾ ਕਿਸਾਨ ਜਿਹੜਾ ਅੰਦੋਲਨ ਕਰਦਾ ਪਿਆ ਕਿ ਅੱਜ ਦੀ ਤਰੀਕ ਵਿੱਚ ਅਸੀਂ ਦੇਖਦੇ ਹੈਗੇ ਕਿ ਇਹ ਕਿਸਾਨ ਦਾ ਜਿਹੜਾ ਅੰਦੋਲਨ, ਜਿਹੜੇ ਤਿੰਨ ਜਿਹੜੇ ਆਰਡੀਨੈਂਸ ਦੇ ਜਿਹੜੇ ਬਿੱਲ ਆਏ ਨੇ, ਇਹ ਆਰਡੀਨੈਂਸ ਦੇ ਜਿਹੜੇ ਬਿੱਲ ਜਿਹੜੇ ਹੈਗੇ ਨੇ ਇਹ ਬਿਲਕੁਲ ਵੀ ਕਿਸਾਨਾਂ ਨੂੰ ਪਸੰਦ ਨਹੀਂ ਹੈਗੇ। ਕਿਉਂਕਿ ਕਿਸਾਨ ਇਹ ਸਮਝਦੇ ਨੇ ਕਿ ਅਸੀਂ ਇਹਦੇ ਵਿੱਚ ਆਰਡੀਨੈਂਸ ਦੇ ਬਿੱਲਾਂ ਦੇ ਨਾਲ ਅਸੀਂ ਮਰ ਜਾਵਾਂਗੇ। ਮੈਂ ਆਪਦੇ ਚੈਨਲ ਦੇ ਰਾਹੀਂ ਇਹ ਗੱਲ ਦੱਸਣਾ ਚਾਹੁੰਦਾ ਕਿ ਇਹ ਸੇਮ ਚੀਜ਼ ਜਿਹੜੀ ਆਰਡੀਨੈਂਸ ਦੇ ਜਿਹੜੇ ਬਿੱਲ, ਤਿੰਨ ਬਿੱਲ ਜਿਹੜੇ ਸੀਗੇ ਸਨ 1907 ਦੇ ਵਿੱਚ ਵੀ ਇੱਕ ਅੰਦੋਲਨ ਕੀਤਾ ਗਿਆ ਸੀਗਾ, ਜਦੋਂ ਕਿ ਸਾਡੀ ਭਾਰਤੀ ਸਰਕਾਰ ਨਹੀਂ ਸੀ ਹੈਗੀ। ਸੋ ਇੱਥੇ ਬ੍ਰਿਟਿਸ਼ ਸਰਕਾਰ ਸੀਗੀ ਤੇ ਪੰਜਾਬ ਦੇ ਵਿੱਚ ਬੜਾ ਵੱਡਾ ਇੱਕ ਅੰਦੋਲਨ ਕੀਤਾ ਗਿਆ ਸੀਗਾ, ਜਦੋਂ ਉਹ ਅੰਦੋਲਨ ਦਾ ਨਾਮ ਸੀਗਾ ਪਗੜੀ ਸੰਭਾਲ ਜੱਟਾ। ਤੁਹਾਨੂੰ ਸ਼ਾਇਦ ਇਹ ਵੀ ਪਤਾ ਹੋਏਗਾ ਕਿ ਇਹ ਜਿਹੜਾ ਅੰਦੋਲਨ ਸੀਗਾ 1907 ਦੀ ਮੈਂ ਗੱਲ ਕਰ ਰਿਹਾ ਕਿ ਇਹ ਅੰਦੋਲਨ ਜਿਹੜੇ ਸ਼ਹੀਦ ਭਗਤ ਸਿੰਘ ਦੇ ਜਿਹੜੇ ਫਾਦਰ ਸੀਗੇ ਤੇ ਉਹਨਾਂ ਦੇ ਜਿਹੜੇ ਚਾਚਾ ਜੀ ਸੀਗੇ ਜਿਹੜੇ ਅਜੀਤ ਸਿੰਘ ਜੀ ਕਰਦੇ ਪਏ ਸੀਗੇ। ਜਿਹੜਾ ਇਹ 9 ਮਹੀਨੇ ਚੱਲਿਆ ਸੀਗਾ ਜਿਹੜਾ ਅੰਦੋਲਨ, ਤੇ ਇਹ 9 ਮਹੀਨੇ ਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਬ੍ਰਿਟਿਸ਼ ਸਰਕਾਰ ਸੀਗੀ, ਬ੍ਰਿਟਿਸ਼ ਸਰਕਾਰ ਨੂੰ 9 ਮਹੀਨੇ ਦੇਖ ਕੇ ਉਦੋਂ ਉਹ ਬੰਦੇ ਤੇ ਬੜੀਆਂ ਚੀਜ਼ਾਂ ਨੂੰ ਮੀਨ ਕੀਨ ਕੱਢ ਕੇ ਵੀ ਦੇਖਦੇ ਹੈਗੇ ਨੇ। ਕਿਸਾਨਾਂ ਨੇ ਐਜੀਟੇਸ਼ਨ ਕੀਤਾ ਸੀਗਾ, ਉਹਨਾਂ ਨੂੰ ਵੀ ਪਤਾ ਸੀਗਾ ਕਿ ਅੱਜ ਅਗਰ ਅਸੀਂ ਇਹ ਅਗਰ ਲੜਾਈ ਨਹੀਂ ਜਿੱਤਾਂਗੇ ਤੇ ਅੱਜ ਤੇ ਅਸੀਂ ਮਰੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਜਿਹੜੇ ਵੀ ਬੱਚੇ ਨੇ ਉਹ ਵੀ ਮਰਨਗੇ। ਕਿਉਂਕਿ ਉਹਦਾ ਨਾਂ ਹੀ ਰੱਖਿਆ ਸੀ ਪਗੜੀ ਸੰਭਾਲ ਜੱਟਾ, ਕਿਉਂਕਿ ਇੱਕ ਪੰਜਾਬੀ ਕੋਈ ਵੀ ਹੋਏਗਾ ਕਿ ਆਪਣੀ ਪੱਗ ਨੂੰ, ਆਨ ਮਾਨ ਸ਼ਾਨ ਨੂੰ ਸਭ ਤੋਂ ਪਹਿਲੇ ਸਮਝਦਾ ਹੈ। ਤੇ ਜਿਹੜਾ ਕਿਸਾਨ ਹੈ ਉਹ ਵੀ ਆਪਣੀ ਜਿਹੜੀ ਜ਼ਮੀਨ ਨੂੰ ਆਪਣੀ ਮਾਂ ਸਮਝਦਾ ਕਿ ਜਿਹੜੀ ਮਾਂ ਨੂੰ ਥੋੜੀ ਵੇਚ ਦੇਗਾ। ਉਸ ਟਾਈਮ ਤੇ ਬ੍ਰਿਟਿਸ਼ ਸਰਕਾਰ ਨੇ ਵੀ ਇਹ ਜਿਹੜੇ ਤਿੰਨੋਂ ਜਿਹੜੇ ਸੇਮ ਅੱਜ ਆਏ ਨੇ ਤਿੰਨ ਕਾਨੂੰਨ, ਜਿਹਨੂੰ ਇਹ ਸਾਰੇ ਕਿਸਾਨ ਕਹਿੰਦੇ ਨੇ ਕਾਲਾ ਕਾਨੂੰਨ, ਉਹ ਬ੍ਰਿਟਿਸ਼ ਸਰਕਾਰ ਨੂੰ ਰੱਦ ਕਰਨੇ ਪਏ ਸੀਗੇ। ਤੇ ਅੱਜ ਤੁਸੀਂ ਦੇਖੋ 1907 ਤੋਂ 2020 ਦੇ ਵਿੱਚ ਅੱਜ ਸਾਡੀ ਭਾਰਤੀ ਸਰਕਾਰ ਨੇ ਜਿਹੜਾ ਹੈਗਾ ਨਾ ਸਾਡੇ ਇਹੀ ਆਰਡੀਨੈਂਸ ਦੇ ਜਿਹੜੇ ਬਿੱਲ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਉਹਦੇ ਵਿੱਚ ਜਿਹੜਾ ਕਿਸਾਨ ਅਗਰ ਇਹ ਜੋ ਵੀ ਕਰਦਾ ਪਿਆ ਵੀਰ ਜੀ, ਇਹ ਕਿਸਾਨ ਬਿਲਕੁਲ ਠੀਕ ਕਰਦਾ ਪਿਆ, ਕਿਉਂਕਿ ਕਿਸਾਨ ਨੂੰ ਪਹਿਲੇ ਸਮਝਿਆ ਜਾਂਦਾ ਸੀਗਾ ਅਨਪੜ੍ਹ। ਕਿਸਾਨ ਦਾ ਜਿਹੜਾ ਬੱਚਾ ਹੈਗਾ ਅੱਜ ਦੀ ਤਰੀਕ ਤੁਸੀਂ ਦੇਖੋ ਪੰਜਾਬ ਤੋਂ ਜਿੰਨੇ ਵੀ ਕਿਤੇ ਵੀ ਪਿੰਡਾਂ ਤੋਂ ਜਾਂ ਕਿਤੇ ਵੀ ਅਗਰ ਬੰਦੇ ਜਿਹੜੇ ਬਾਹਰ ਗਏ ਹੋਏ ਨੇ, ਕੋਈ ਬੰਦਾ ਜਰਮਨੀ ਸੈਟਲ ਹੈਗਾ, ਕੋਈ ਬੰਦਾ ਅਮਰੀਕਾ ਸੈਟਲ ਹੈਗਾ, ਕੋਈ ਬੰਦਾ ਨਿਊਜ਼ੀਲੈਂਡ ਸੈਟਲ ਹੈਗਾ, ਕੋਈ ਬ੍ਰਿਟਿਸ਼ ਸੈਟਲ ਹੈਗਾ। ਨੈਚੁਰਲੀ ਗੱਲ ਹੈ ਹੁਣ ਜਿਹੜੇ ਬੰਦਾ ਅਗਰ ਇੱਥੇ ਉਹਦੀ ਕਿਸਾਨ ਦਾ ਬੱਚਾ ਪੜ੍ਹ ਲਿਖ ਕੇ ਅਗਰ ਬਾਹਰ ਜਾ ਰਿਹਾ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਉਹ ਪੈਸਾ ਕਮਾ ਰਿਹਾ, ਜਿਹੜਾ ਕਿ ਇਹਦੇ ਕੋਲ ਇੱਥੇ ਕੁਝ ਨਹੀਂ ਸੀ ਹੈਗਾ, ਬਾਹਰ ਜਾ ਕੇ ਕਮਾ ਕੇ ਤੇ ਉਹ ਵਾਪਸੀ ਭੇਜ ਰਿਹਾ। ਜਿਹੜੇ ਕਿਸਾਨ ਦੇ ਕੋਲ ਜਿਹੜਾ ਮਿੱਟੀ ਦਾ ਘਰ ਸੀ, ਅੱਜ ਉਹ ਕਿਸਾਨ ਦੇ ਕੋਲ ਵਧੀਆ ਤੋਂ ਵਧੀਆ ਜਿਹੜਾ ਹੈਗਾ ਘਰ ਬਣੇ ਹੋਏ ਨੇ। ਅੱਜ ਜਿਹੜਾ ਕਿਸਾਨ ਅਗਰ ਇਹ ਕਿਹਾ ਜਾਂਦਾ ਸੀਗਾ ਜਾਂ ਸਰਕਾਰ ਸਾਡੀ ਅਗਰ ਭਾਰਤ ਸਰਕਾਰ ਸੋਚਦੀ ਹੈ ਕਿ ਕਿਸਾਨ ਅਨਪੜ੍ਹ ਹੈਗਾ
ਸ਼ਾਇਦ ਭੁਲੇਖੇ 'ਚ ਹੈਗੀ ਹੈ ਕਿ ਕਿਸਾਨ ਦਾ ਬੱਚਾ ਪੜ੍ਹ ਲਿਖ ਕੇ ਬਾਹਰ ਚਲਾ ਗਿਆ ਹੈ, ਤੇ ਜੇ ਅਗਰ ਕਿਸਾਨ ਅਗਰ ਅਨਪੜ੍ਹ ਹੈ ਤੇ ਕਿਸਾਨ ਦਾ ਬੇਟਾ ਜਾਂ ਉਹਦੀ ਬੇਟੀ ਜਾਂ ਉਹਦੀ ਜੋ ਪੋਤੀ ਜਾਂ ਉਹਦਾ ਪੋਤਾ ਜਾਂ ਉਹਦੀ ਦੋਤੀ ਪੜ੍ਹ ਲਿਖ ਕੇ ਤੇ ਕਿਸਾਨ ਨੂੰ ਸਭ ਕੁਝ ਦੱਸਦੇ ਪਏ ਨੇ। ਤਦ ਹੀ ਕਿਸਾਨ ਅੱਜ ਵੱਧ ਚੜ੍ਹ ਕੇ ਤੁਸੀਂ ਦੇਖੋ ਸਵਾਲਾਂ ਦੇ ਜਵਾਬ ਦੇਈ ਜਾ ਰਿਹਾ ਹੈ। ਇਹ ਕਾਨੂੰਨ ਤੁਹਾਡਾ ਗਲਤ ਹੈ। ਜੇ ਅਗਰ ਸਾਡੇ ਪ੍ਰਧਾਨ ਮੰਤਰੀ ਸਾਹਿਬ ਅਗਰ ਕੁਝ ਵੀ ਕਹਿੰਦੇ ਨੇ, ਉਹਨਾਂ ਨੂੰ ਵੀ ਕਲੀਅਰਲੀ ਦੱਸਿਆ ਜਾਂਦਾ ਹੈ ਕਿ ਨਹੀਂ ਜੀ ਤੁਸੀਂ ਇੱਥੇ ਸਾਨੂੰ ਗਲਤ ਦੱਸਦੇ ਪਿਓ। ਕਹਿੰਦੇ ਨੇ ਕਿ ਕਿਸਾਨ ਨੂੰ ਫਾਇਦਾ ਹੋਏਗਾ, ਮਗਰ ਕਿਸਾਨ ਕਹਿੰਦਾ ਹੈ ਸਾਨੂੰ ਤੇ ਇਹਦੇ 'ਚ ਬੜਾ ਵੱਡਾ ਨੁਕਸਾਨ ਹੈਗਾ। ਕਿਸਾਨਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਇਸ ਟਾਈਮ ਆਪਣਾ ਸਰਕਾਰ ਦੇ ਨਾਲ ਗੱਲਬਾਤ ਜਿਹੜੀ ਇਸ ਟਾਈਮ ਹੋ ਨਹੀਂ ਰਹੀ, ਤੇ ਇਹ ਗੱਲਬਾਤ ਜਿਹੜੀ ਹੋ ਨਹੀਂ ਰਹੀ, ਇਹਦੇ ਵਿੱਚ ਤੁਸੀਂ ਕਿਵੇਂ ਵੇਖਦੇ ਹੋ ਕਿ ਇਹ ਕਿਵੇਂ ਸ਼ੁਰੂ ਹੋ ਸਕਦੀ ਹੈ, ਜਾਂ ਕੋਈ ਐਸੀ ਸਿਲਵਰ ਲਾਈਨ ਹੈ ਜਿੱਥੇ ਖੜੇ ਕਰਕੇ ਦੋਵੇਂ ਪੱਖ ਜਿਹੜੇ ਨੇ ਉਹ ਵੇਖੇ ਜਾ ਸਕਦੇ ਆ? ਸਰਕਾਰ ਤੇ ਰੋਜ਼ ਹੀ ਕਹਿੰਦੀ ਪਈ ਹੈ ਕਿ ਜੀ ਸਾਡੇ ਬਿੱਲ ਬੜੇ ਵਧੀਆ ਨੇ, ਸਰਕਾਰ ਤੇ ਰੋਜ਼ ਹੀ ਕਹਿੰਦੀ ਪਈ ਅਸੀਂ ਤੇ ਗੱਲਬਾਤ ਕਰਨ ਵਾਸਤੇ ਤਿਆਰ ਹੈਗੇ ਆ, ਮਗਰ ਕਿਸਾਨ ਕਹਿੰਦੇ ਨੇ ਇਹ ਗੱਲਬਾਤ ਕਰਨ ਵਾਸਤੇ ਤਿਆਰ ਕਿਸ ਤਰ੍ਹਾਂ ਹੈ? ਉਹ ਹੀ ਏਜੰਡੇ ਕਹਿਣਗੇ ਜੀ ਤਾਂ ਆਪਕਾ ਫਿਲਮ ਤੁਹਾਡਾ ਜਿਹੜਾ ਹੈਗਾ ਬੜਾ ਵੱਡਾ ਇਹਦੇ 'ਚ ਫਾਇਦਾ ਹੈਗਾ। ਬਾਰ-ਬਾਰ ਫਿਰ ਉਹਨਾਂ ਨੇ ਕਹਿਣਾ ਕਿ ਕਿਸਾਨੀ ਬਿੱਲ 'ਚ ਬੜਾ ਵੱਡਾ ਫਾਇਦਾ ਹੈ। ਹੁਣ ਜਿਸ ਤਰ੍ਹਾਂ ਮੈਂ ਅੱਜ ਸਵੇਰੇ ਇੱਕ ਅਖਬਾਰ ਪੜ੍ਹਦਾ ਪਿਆ ਸੀਗਾ ਕਿ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ ਅਸੀਂ 16 ਕਰੋੜ ਰੁਪਇਆ ਜਿਹੜਾ ਇਹ ਕਿਸਾਨਾਂ ਨੂੰ ਦੇ ਦਿਆਂਗੇ ਚੀਨੀ ਵਾਲੇ ਦਾ। ਮਗਰ ਤੁਹਾਨੂੰ ਇੱਕ ਗੱਲ ਦੱਸੋ, ਕਿਸਾਨ ਮੈਂ ਤੁਹਾਨੂੰ ਨੇ ਕੀ ਕਿਹਾ, ਅਨਪੜ੍ਹ ਨਹੀਂ ਹੈਗਾ। ਕਿਸਾਨ ਨੂੰ ਐਜੂਕੇਸ਼ਨ ਦਿੱਤੀ ਜਾ ਰਹੀ ਹੈ ਉਹਨਾਂ ਦੇ ਬੇਟੇ ਪੋਤੇ ਪੋਤੀਆਂ ਵੱਲੋਂ। ਅੱਜ 16 ਕਰੋੜ ਰੁਪਇਆ ਜਿਹੜਾ ਦਿੱਤਾ ਜਾ ਰਿਹਾ ਉਹ ਤਾਂ ਚੀਨੀ ਮਿਲਾਂ ਨੂੰ ਦਿੱਤਾ ਜਾ ਰਿਹਾ। ਕਿਸਾਨਾਂ ਨੂੰ ਇਹ ਸਮਝਾਇਆ ਜਾ ਰਿਹਾ ਕਿ ਭਈਆ ਅਸੀਂ ਤੁਹਾਨੂੰ 16 ਕਰੋੜ ਰੁਪਇਆ ਦੇ ਰਹੇ ਹਾਂ। ਦੂਜੀ ਗੱਲ ਹੁਣ ਇੱਕ ਇਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਸ਼ਾਇਦ ਭਾਰਤ ਸਰਕਾਰ ਦੀ ਤਰਫ ਤੋਂ ਕਿ ਭਈਆ ਤੁਹਾਨੂੰ ਇੰਨੇ ਕਿਸਾਨ ਹੈਗੇ ਨੇ ਕਿ ਭਈ ਅਸੀਂ ਤੁਹਾਨੂੰ ਇੰਨਾ ਲੱਖ ਕਰੋੜ ਰੁਪਇਆ ਤੁਹਾਨੂੰ ਦਿਆਂਗੇ। ਤੇ ਜਿਹੜੇ ਕਿਸਾਨ ਦੇ ਨੇਤਾ ਹੈਗੇ ਨੇ ਪੜ੍ਹੇ ਲਿਖੇ ਨੇ, ਕੈਲਕੂਲੇਸ਼ਨ ਕਰਕੇ ਦੱਸਿਆ ਪ੍ਰਧਾਨ ਮੰਤਰੀ ਸਾਹਿਬ ਤੁਸੀਂ ਇੰਨਾ ਪੈਸਾ ਦੇ ਦਿਓਗੇ, ਤੁਸੀਂ ਕਹਿੰਦੇ 6 ਮਹੀਨੇ ਅਗਰ ਤੁਹਾਡੇ ਘਰ ਅਗਰ ਕੁਝ ਨਹੀਂ ਹੋਏਗਾ ਤੇ ਤੁਹਾਡੀ ਰੋਟੀ ਚੱਲ ਜਾਏਗੀ। ਇੱਕ ਬੰਦੇ ਦੇ ਹੱਥ 'ਚ ਡਿਵਾਈਡਡ ਬਾਈ ਇੰਨਾ ਕਰਕੇ ਤੇ 4500 ਰੁਪਏ ਆਉਂਦਾ ਸੀਗਾ। ਉਹ ਕਿਸਾਨ ਨੇਤਾ ਨੇ ਕਿਹਾ ਕਿ 4500 ਰੁਪਏ ਨਾਲ ਤੁਸੀਂ 6 ਮਹੀਨੇ ਰੋਟੀ ਚਲਾ ਲੋਗੇ। ਇਹ ਸਵਾਏ ਇੱਕ ਜਿਹੜੀ ਹੈਗੀ ਨਾ ਅੱਜ ਦੀ ਤਰੀਕ ਜਿੰਨੇ ਵੀ ਸਰਕਾਰ ਦੇ ਵਿੱਚ ਅਗਰ ਬੰਦੇ ਬੈਠੇ ਨੇ ਉਹ ਆਪਣੀਆਂ ਖੂਬੀਆਂ ਦੱਸਣ ਦੀ ਕੋਸ਼ਿਸ਼ ਕਰਦੇ ਪਏ ਨੇ ਸਰਕਾਰ ਨੂੰ ਕਿ ਭਈਆ ਅਸੀਂ ਬਹੁਤ ਵੱਡਾ ਇਹ ਖੂਬੀਆਂ ਤੁਹਾਨੂੰ ਦੱਸਦੇ ਪਏ ਹਾਂ। ਬਟ ਜਿਹੜੇ ਕਿਸਾਨ ਨੇ ਕਿਸਾਨਾਂ ਨੂੰ ਸਭ ਪਤਾ ਜੇ, ਕਿਸਾਨਾਂ ਨੂੰ ਸਭ ਪਤਾ ਹੈ। ਹੁਣ ਤੁਸੀਂ ਸਿਲਵਰ ਲਾਈਨ ਦੀ ਗੱਲ ਮੈਂ ਹੁਣ ਤੁਹਾਡੀ ਸਮਝ ਗਿਆ। ਸਿਲਵਰ ਲਾਈਨ ਤਦ ਹੀ ਹੋ ਸਕਦੀ ਹੈ ਕਿ ਅਗਰ ਦੋ ਬੰਦਿਆਂ ਦੇ ਵਿੱਚ ਅਗਰ ਕੋਈ ਵੀ ਕਨਫਿਊਜ਼ਨ ਡਿਵੈਲਪ ਹੋਇਆ ਹੈ ਤੇ ਦੋਨੋਂ ਬੰਦੇ ਐਮੀਕੇਬਲੀ ਬੈਠ ਕੇ ਗੱਲ ਕਰਨਗੇ ਤਦ ਉਹ ਸਿਲਵਰ ਲਾਈਨ ਗੋਲਡਨ ਲਾਈਨ ਦੇ ਵਿੱਚ ਜਾ ਸਕਦੀ ਹੈ। ਅਗਰ ਇੱਕ ਬੰਦਾ ਕਹੇਗਾ ਕਿ ਜੀ ਮੈਂ ਤੇ ਆਪਣੀ ਈਗੋ ਛੱਡਣੀ ਨਹੀਂ ਤੇ ਮਾਫੀ ਚਾਹਨਾ, ਫਿਰ ਉਹ ਸਿਲਵਰ ਲਾਈਨ ਤੋਂ ਲੋਹੇ ਦੀ ਲਾਈਨ ਆ ਜਾਂਦੀ ਹੈਗੀ ਹੈ। ਹੁਣ ਮੈਂ ਲੋਹੇ ਦੀ ਵੀ ਤੁਹਾਨੂੰ ਮੈਂ ਗੱਲ ਦੱਸਦਾ, ਮੈਂ ਲੋਹੇ ਨੂੰ ਤੁਸੀਂ 1000 ਸਾਲ ਪਾਣੀ ਦੇ ਵਿੱਚ ਰੱਖ ਲਓ ਤੇ ਉਹਦੇ ਵਿੱਚ ਜੰਗ ਨਹੀਂ ਲੱਗੇਗਾ। ਜਿਵੇਂ ਤੁਸੀਂ ਉਹਨੂੰ ਬਾਹਰ ਕੱਢੋਗੇ ਜਿਵੇਂ ਹੀ ਆਕਸੀਜਨ ਲੱਗੇਗੀ ਤੇ ਉਹਨੂੰ ਜੰਗ ਲੱਗ ਜਾਏਗਾ। ਸਿੰਪਲ ਜੀ ਗੱਲ ਹੈ। ਕਿਸਾਨ ਸਮਝ ਚੁੱਕਾ ਹੈ ਕਿਸਾਨ ਦੀ ਕਿਹੜਾ ਕਿਸਾਨ ਨੂੰ ਮਾਰੂ ਬਿੱਲ ਹੈਗਾ, ਕਿਹੜਾ ਉਹਨਾਂ ਦੇ ਫਾਇਦੇ ਦੇ ਬਿੱਲ ਹੈਗਾ। ਇਹ ਬੜੀ ਸਿੰਪਲ ਜੀ ਗੱਲ ਹੈਗੀ ਹੈ ਕਿ ਜਿਹੜੀ ਤੁਹਾਡੀ ਉਹਨੇ ਸਿਲਵਰ ਲਾਈਨ ਦੀ ਗੱਲ ਕਹੀ ਹੈਗੀ ਹੈ, ਕਿਸਾਨਾਂ ਨੂੰ ਬੁਲਾਉਣਾ ਚਾਹੀਦਾ ਹੈ, ਉਹਨਾਂ ਨਾਲ ਗੱਲ ਕਰਨੀ ਚਾਹੀਦੀ ਹੈ। ਮੈਂ ਤੁਹਾਡੇ ਚੈਨਲ ਦੇ ਰਾਹੀਂ ਮੈਂ ਦੱਸਣ ਲੱਗਾ ਕਿਸਾਨ ਸਮਝ ਚੁੱਕਾ ਹੈ। ਪਹਿਲੇ ਤੇ ਹੁੰਦਾ ਸੀ ਨਾ ਚੱਲ ਬਈ ਕੋਈ ਗੱਲ ਨਹੀਂ ਜਥੇਬੰਦੀਆਂ ਆ ਰਹੀਆਂ ਕਿਸਾਨ ਦੇ ਕਿਸੇ 2-4 ਨੇਤਾ ਨੂੰ ਬੁਲਾ ਲਿੱਤਾ ਜਾਵੇਗਾ ਤੇ ਅੰਦਰ ਹੀ ਅੰਡਰ ਦਾ ਟੇਬਲ ਉਹਦੇ ਨਾਲ ਸੈਟਿੰਗ ਕਰ ਲਿੱਤੀ ਜਾਏਗੀ ਤੇ ਉਹਨਾਂ ਨੂੰ ਜਿੰਨੇ ਵੀ ਜੋ ਵੀ ਮਤਲਬ ਕਿ ਉਹਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਉਹਨੂੰ ਪੂਰਾ ਕਰਤਾ ਜਾਏਗਾ। ਬਾਹਰ ਆ ਕੇ ਕਹੇਗਾ ਨਹੀਂ ਜੀ ਨਹੀਂ ਮੈਂ ਫੈਸਲਾ ਕਰ ਦਿੱਤਾ ਹੈ। ਅੱਜ ਸਾਰੀਆਂ ਕਿਸਾਨ ਜਥੇਬੰਦੀਆਂ 38 ਜਥੇਬੰਦੀਆਂ ਕਿਸਾਨ ਦੀਆਂ ਤੇ ਇੱਥੇ ਬੈਠੀਆਂ ਹੈਗੀਆਂ ਸਿੰਘੂ ਬਾਰਡਰ ਤੇ 437 ਜਥੇਬੰਦੀਆਂ ਅਜੇ ਹੋਰ ਆ ਰਹੀਆਂ ਹੈਗੀਆਂ ਪੂਰਾ ਭਾਰਤ ਦੇ ਵਿੱਚ। ਮਜ਼ੇ ਦੀ ਗੱਲ ਹੈਗੀ ਹੈ, ਤੁਹਾਨੂੰ ਮੈਂ ਬੜੀ ਗੱਲ ਦੱਸਾਂ ਇਸ਼ਪਾਲ ਜੀ। ਪਹਿਲੇ ਕਿਹਾ ਜਾਂਦਾ ਸੀਗਾ ਕਿ ਇਹ ਜਿਹੜਾ ਕਿਸਾਨ ਅੰਦੋਲਨ ਹੈਗਾ ਸਿਰਫ ਇਹ ਜਿਹੜਾ ਪੰਜਾਬ ਦਾ ਕਿਸਾਨ ਕਰਦਾ ਪਿਆ। ਮੰਨ ਲਿੱਤਾ ਪੰਜਾਬ ਦੇ ਕਿਸਾਨ ਨੇ, ਸ਼ੁਰੂਆਤ ਤੇ ਪੰਜਾਬ ਦੇ ਕਿਸਾਨ ਨੇ ਕੀਤੀ। ਹੁਣ ਪੰਜਾਬ ਦੇ ਕਿਸਾਨ ਨੇ ਕੀਤੀ, ਫਿਰ ਹਰਿਆਣਾ ਦਾ ਕਿਸਾਨ ਨਾਲ ਮੋਢੇ ਨਾਲ ਮੋਢਾ ਜੋੜ ਰਿਹਾ। ਫਿਰ ਤੁਸੀਂ ਦੇਖੋ ਰਾਜਸਥਾਨ ਦਾ ਕਿਸਾਨ ਮੋਢੇ ਨਾਲ ਮੋਢਾ ਜੋੜ ਰਿਹਾ, ਉੱਤਰ ਪ੍ਰਦੇਸ਼ ਦਾ ਜੋੜ ਰਿਹਾ, ਮੱਧ ਪ੍ਰਦੇਸ਼ ਦਾ ਜੋੜ ਰਿਹਾ, ਯੂਪੀ ਦਾ ਜੋੜ ਰਿਹਾ, ਈਵਨ ਦੈਨ ਤੁਸੀਂ ਦੇਖੋ ਕਰਨਾਟਕਾ ਦਾ ਜੋੜ ਰਿਹਾ। ਈਵਨ ਦੈਨ ਮਜ਼ੇ ਦੀ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਕਿ ਜਿਹੜਾ ਗੁਜਰਾਤ ਨੂੰ ਕਿਹਾ ਜਾਂਦਾ ਸੀਗਾ ਕਿ ਗੁਜਰਾਤ ਮਾਡਲ ਬਣਾਇਆ ਜਾ ਰਿਹਾ, ਸਾਡੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਸੀਗੇ ਗੁਜਰਾਤ ਦੇ ਵੀ ਬੰਦੇ, ਮੈਂ ਉਹਨਾਂ ਦਾ ਇੱਕ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀਗਾ, ਉਹ ਵੀ ਕਿਸਾਨ ਜਿਹੜਾ ਗੁਜਰਾਤ ਦਾ ਕਿਸਾਨ ਵੀ ਉਹ ਛੁਪ ਛੁਪਾ ਕੇ ਦਿੱਲੀ ਪਹੁੰਚ ਗਏ ਨੇ। ਉਹ ਵੀ ਮੋਢੇ ਨਾਲ ਮੋਢਾ ਜਿਹੜਾ ਹੈਗਾ ਲਗਾ ਕੇ ਚੱਲਦੇ ਪਏ ਨੇ। ਇਹਦਾ ਮਤਲਬ ਇਸ਼ਪਾਲ ਜੀ ਤੁਸੀਂ ਕੀ ਸਮਝੋਗੇ? ਇਹਦਾ ਮਤਲਬ ਤੇ ਇਹ ਸਮਝਾਂਗੇ ਨਾ ਕਿ ਉਹ ਬੰਦੇ ਆਉਣਾ ਚਾਹੁੰਦੇ ਨੇ ਮਗਰ ਉਹਨੂੰ ਦਬਾਇਆ ਜਾ ਰਿਹਾ ਹੈਗਾ। ਉਹ ਬੰਦੇ ਆਉਣਾ ਚਾਹੁੰਦੇ ਨੇ, ਉਹਨਾਂ ਦੇ ਘਰ ਦੇ ਵਿੱਚ ਬੈਰੀਗੇਟ ਲਗਾ ਕੇ ਉਹਨਾਂ ਨੂੰ ਘਰ ਦੇ ਬਾਹਰ ਜਿਵੇਂ ਘੇਰਾਬੰਦੀ ਕੀਤੀ ਜਾਂਦੀ ਹੈ ਉਹਨਾਂ ਨੂੰ ਕਿ ਵੀ ਤੁਸੀਂ ਬਾਹਰ ਨਹੀਂ ਜਾਣਾ ਹੈਗਾ।
ਅੱਜ ਹੁਣ ਅਸੀਂ ਦੇਖਦੇ ਹਾਂ ਕਿ ਕਈ ਬੰਦੇ ਐਸੇ ਹੈਗੇ ਨੇ ਕਿ ਜਿਹੜੇ ਆਉਣਾ ਚਾਹੁੰਦੇ ਨੇ ਮਗਰ ਬਾਰਡਰ ਤੇ ਉਹਨਾਂ ਨੂੰ ਰੋਕ ਦਿੱਤਾ ਜਾਂਦਾ ਹੈ। ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀਗਾ ਕਿ ਜੀ ਕੋਈ ਵੀ ਬੰਦਾ ਅਗਰ ਕਿਸਾਨ ਅਗਰ ਸ਼ਾਂਤਮਈ ਤਰੀਕੇ ਨਾਲ ਅਗਰ ਕੋਈ ਵੀ ਆਪਣਾ ਐਜੀਟੇਸ਼ਨ ਕਰਦਾ ਪਿਆ, ਸਾਡੇ ਸੰਵਿਧਾਨ 'ਚ ਲਿਖਿਆ। ਹੁਣ ਇੱਕ ਗੱਲ ਦੱਸੋ, ਜਦ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਕਿਸਾਨਾਂ ਨੂੰ ਤੁਸੀਂ ਨਹੀਂ ਰੋਕਣਾ, ਤੇ ਫਿਰ ਕਿਹੜੀ ਪੁਲਿਸ ਕਿਹਦਾ ਆਰਡਰ ਮੰਨਦੀ ਪਈ ਹੈ ਜੀ? ਇਹਦਾ ਮਤਲਬ ਸੁਪਰੀਮ ਕੋਰਟ ਦਾ ਵੀ ਆਰਡਰ ਨਹੀਂ ਨਾ ਮੰਨਦੀ ਪਈ। ਕਿਉਂ ਰੋਕਿਆ ਜਾਂਦਾ ਪਿਆ ਕਿਸਾਨਾਂ ਨੂੰ? ਅੱਜ ਤੁਸੀਂ ਦੇਖੋ ਸ਼ਾਹਜਹਾਂਪੁਰ ਤੇ ਰੋਕਿਆ ਜਾਂਦਾ, ਰਾਮਪੁਰ ਬਾਰਡਰ ਤੇ ਰੋਕਿਆ ਜਾਂਦਾ ਪਿਆ, ਅੱਜ ਤੁਸੀਂ ਦੇਖੋ ਸਿੰਘੂ ਬਾਰਡਰ ਤੇ ਰੋਕਿਆ ਜਾਂਦਾ, ਟਿਕਰੀ ਬਾਰਡਰ ਦੇ ਉੱਤੇ ਰੋਕਿਆ ਜਾਂਦਾ। ਕਿਉਂ? ਇਹਦਾ ਮਤਲਬ ਅਸੀਂ ਇਹ ਸਮਝੀਏ ਕਿ ਜਿਹੜੇ ਸਾਡੇ ਸੁਪਰੀਮ ਕੋਰਟ ਨੂੰ ਅਸੀਂ ਕਹਿੰਦੇ ਹਾਂ ਕਿ ਬੜੀ ਸਰਵਉੱਚ ਨਿਆਇ ਹੈਗੀ ਹੈ, ਇਹਦਾ ਮਤਲਬ ਉਹਨੂੰ ਵੀ ਇਹ ਬੰਦੇ ਚੈਲੰਜ ਕਰਦੇ ਪਏ ਨੇ। पुलिस वाले ने अगर कोई बंदा पूछता है कि भाई साहब आप ऑर्डर दिखाओ, सुप्रीम कोर्ट ने तो हमें बोला है, वो कहते नहीं हमारे उच्च अधिकारी से बात करो। ਇਹਦਾ ਮਤਲਬ ਹੈਗਾ ਜੇ ਉਹ ਆਪਣੇ ਉੱਚ ਅਧਿਕਾਰੀ ਨੂੰ ਸੁਪਰੀਮ ਕੋਰਟ ਤੋਂ ਜ਼ਿਆਦਾ ਵੱਡਾ ਸਮਝਦਾ, ਇਸ ਚੀਜ਼ ਨੂੰ ਵੀ ਸਾਨੂੰ ਸਮਝਣਾ ਪਏਗਾ। ਅੱਛਾ ਭਾਈ ਸਾਹਿਬ ਜੀ, ਇਹ ਵੇਖਦੇ ਹਾਂ ਕਿ ਅਸੀਂ ਇਸ ਤਰ੍ਹਾਂ ਕਿਸਾਨੀ ਅੰਦੋਲਨ ਜਿਹੜਾ ਆਪਣੀ ਚਰਮ ਸੀਮਾ ਤੇ ਹੈਗਾ, ਦਿੱਲੀ ਬਾਰਡਰ ਸਾਰੇ ਘੇਰੇ ਹੋਏ ਨੇ, ਹਰ ਪਾਸੇ ਦੇ ਬਾਰਡਰ ਜਿਹੜੇ ਦਿੱਲੀ ਦੇ ਨਾਲ ਜੁੜਦੇ ਨੇ, ਚਾਹੇ ਯੂਪੀ ਬਾਰਡਰ ਹੈਗਾ, ਚਾਹੇ ਸਿੰਘੂ ਬਾਰਡਰ ਹੈਗਾ, ਟਿਕਰੀ ਬਾਰਡਰ ਹੈਗਾ, ਉਹ ਘੇਰੇ ਹੋਏ ਨੇ। ਪਰ ਦੂਜੇ ਪਾਸੇ ਹਜ਼ਾਰਾਂ ਹੀ ਕਿਸਾਨ ਜਿਹੜੇ ਨੇ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੇ ਨੇ, ਲੱਖਾਂ ਹੀ ਕਿਸਾਨ ਬਣ ਚੁੱਕੇ ਨੇ। ਪੂਰੇ ਹਿੰਦੁਸਤਾਨ ਦਾ ਜਿਹੜਾ ਅੰਦੋਲਨ ਇਸ ਟਾਈਮ ਅਸੀਂ ਕਹਿ ਸਕਦੇ ਹਾਂ ਕਿਸਾਨਾਂ ਦਾ ਹੈਗਾ, ਤੇ ਵਰਲਡ ਦੇ ਵਿੱਚ ਵੀ ਇੱਕ ਬੜਾ ਵੱਡਾ ਐਜੀਟੇਸ਼ਨ ਹੋ ਰਹੀ ਹੈ ਇਸ ਟਾਈਮ। ਆਪਣਾ ਦੂਜਾ ਮੀਡੀਆ ਹੈਗਾ ਜਿਸ ਨੂੰ ਅਸੀਂ ਨੈਸ਼ਨਲ ਮੀਡੀਆ ਆਖਦੇ ਹਾਂ। ਨੈਸ਼ਨਲ ਮੀਡੀਆ ਇਸ ਸਾਰੇ ਅੰਦੋਲਨ ਨੂੰ, ਕਿਸਾਨੀ ਅੰਦੋਲਨ ਨੂੰ ਕਦੇ ਖਾਲਿਸਤਾਨ ਨਾਲ ਜੋੜ ਦਿੰਦਾ, ਕਦੇ ਨਕਸਲਵਾਦ ਨਾਲ ਜੋੜ ਦਿੰਦਾ, ਕਦੇ ਇਸ ਨੂੰ ਕਿਸੇ ਹੋਰ ਤਰ੍ਹਾਂ ਦੀ ਰੰਗਤ ਦੇ ਕਰਕੇ ਇਸ ਦੇ ਉੱਪਰ ਬੜੇ ਇਲਜ਼ਾਮ ਲਗਾ ਰਹੇ ਆ। ਤੁਸੀਂ ਇਹਨੂੰ ਕਿਵੇਂ ਵੇਖਦੇ ਹੋ? ਮੈਂ ਫੈਕਟਰੀ ਚਲਾਉਣਾ ਜੀ। ਅੱਜ ਮੈਂ ਕੋਈ ਵਰਕਰ ਅਗਰ ਮੈਂ ਕੱਢਣਾ ਹੋਏ ਨਾ, ਤੇ ਮੈਂ ਸੁਪਰਵਾਈਜ਼ਰ ਨੂੰ ਜਾਂ ਆਪਣੇ ਇੰਜੀਨੀਅਰ ਨੂੰ ਜਾਂ ਕਿਸੇ ਨੂੰ ਕਹਿ ਦਾਂਗਾ, ਜਾਂ ਮੈਂ ਗਾਰਡ ਸਿਕਿਉਰਿਟੀ ਗਾਰਡ ਨੂੰ ਕਹਿ ਦਾਂਗਾ ਬਈ ਇਹਦੇ ਤੇ ਕੋਈ ਇਲਜ਼ਾਮ ਲਗਾ ਦੇ, ਬਈ ਕੁਝ ਵੀ ਲਗਾ ਦੇ, ਬਈ ਐਵੇਂ ਇਹਦਾ ਰੋਟੀ ਦਾ ਡੱਬਾ ਖੋਲ ਤੇ ਉਹਦੇ ਵਿੱਚੋਂ ਕੁਝ ਵੀ ਇਲਜ਼ਾਮ लगा दे कि बाबू जी इसके अंदर तो ये जर्दा खाते पकड़ा गया, भाई अपनी कंपनी में तो जर्दा जो भी खाएगा उसके ऊपर जुर्माना है या उसको बाहर निकाल देंगे। ये गल सुनो, किन्ने क्या किन्ने? मैं कंपनी का CMD हैगा तो वो मेरी गल सुनेगा ना? मेरी गल कौन सुनेगा? मेरी गल जो सुपरवाइजर है वो सुनेगा ना, या जो इंजीनियर है वो सुनेगा ना? हुण सवाल ये पैदा होता है कि जो तुसी इन्नी ये गल कही किसान अंदोलन ਅੱਜ ਦੀ ਤਰੀਕੇ ਤੁਹਾਨੂੰ ਪਤਾ ਕਿ 12 ਲੱਖ ਕਿਸਾਨ ਤੇ ਦਿੱਲੀ ਦੇ ਆਸ-ਪਾਸ ਬਾਰਡਰ ਦੇ ਉੱਤੇ ਹੈਗਾ, ਔਰ ਟੋਟਲੀ 1.5 ਕਰੋੜ ਕਿਸਾਨ ਜਿਹੜਾ ਹੈਗਾ ਕਿਸਾਨਾਂ ਦੀ ਜਥੇਬੰਦੀ ਨਾਲ ਜੁੜਨ ਵਾਲਾ ਹੈ। ਰਕੇਸ਼ ਟਕੈਤ ਵੀ ਤੁਹਾਨੂੰ ਪਤਾ ਕਿਸਾਨਾਂ ਦੇ ਜਿਹੜੇ ਹੈਗੇ ਨੇ ਉਹ ਇੱਕ ਬੜੇ ਵੱਡੇ ਨੇਤਾ ਹੈਗੇ ਨੇ, ਬੜਾ ਕਲੀਅਰਲੀ ਉਹ ਬੋਲਦੇ ਨੇ ਕਿ ਭਈਆ ਅਗਰ ਸਾਡੀ ਆਵਾਜ਼ ਨਹੀਂ ਚੁੱਕੀ ਜਾਏਗੀ ਤਾਂ ਸਾਨੂੰ ਆਪਣਾ ਹੱਕ ਲੈਣਾ ਆਉਂਦਾ ਹੈ, ਹੱਕ ਨੂੰ ਹੱਕ ਦੇ ਹਿਸਾਬ ਨਾਲ ਸਾਨੂੰ ਆਪਣਾ ਹੱਕ ਲੈਣਾ ਆਉਂਦਾ ਹੈ। ਸਾਡੇ ਜਿਹੜੇ ਕਿਸਾਨਾਂ ਦੇ ਜਿਹੜੇ ਚਡੋਨੀ ਸਾਹਿਬ ਹੈਗੇ ਨੇ, ਗੁਰਨਾਮ ਸਿੰਘ ਚਡੋਨੀ, ਉਹ ਵੀ ਬੜਾ ਕਲੀਅਰਲੀ ਤੁਸੀਂ ਦੇਖੋ ਬੋਲਦੇ ਪਏ ਨੇ। ਹੁਣ ਸਵਾਲ पैदा होता है और तुहानू समझना पेगा, साढ़े पूरी दी पूरी देश विदेश दी सारे सारे पब्लिक नू समझना पेगा। जब एक नेता जिहड़ा है किसान दा नेता अगर सारे दे सारे कोई तुसी असी कोई खून खराबा नहीं देखा, कुछ नहीं देखा। हुण जिवें मैं तुहानू कहा कि मैं अगर किसी नू ऑर्डर करांगा तो वही काम करेगा ना। हुण अज दी तरीक च जिहड़ा नैशनल मीडिया है, नैशनल मीडिया किहदे अंडर चलदा पिया जी? ਅੱਜ ਦੀ ਤਰੀਕੇ ਤੁਸੀਂ ਸਾਰੇ ਦੇ ਸਾਰੇ ਦੇਖ ਲਓ, ਨੈਸ਼ਨਲ ਮੀਡੀਆ ਦੇ ਜਿਹੜੇ ਵੀ ਅਗਰ ਕੋਈ CMD ਜਿਹੜੇ ਵੀ ਅਗਰ ਉਹਨੇ ਜਿਹੜੇ ਮਾਲਕਾਨਾ ਹੱਕ ਰੱਖਦੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਦਾ BJP ਨਾਲ ਜਾਂ RSS ਨਾਲ ਉਹਨਾਂ ਦਾ ਪੂਰੇ ਦਾ ਪੂਰਾ ਕੋਈ ਨਾ ਕੋਈ ਵਿਧਾਨ ਸਭਾ 'ਚ ਕੋਈ ਸਭਾ ਦੇ 'ਚ ਕਿਤੇ ਨਾ ਕਿਤੇ ਉਹ ਜੁੜੇ ਹੋਏ ਨੇ। ਹੁਣ ਮੈਨੂੰ ਇਹ ਗੱਲ ਦੱਸੋ, ਉਹ ਨੈਸ਼ਨਲ ਮੀਡੀਆ ਕਿਵੇਂ ਤੁਹਾਨੂੰ ਦਿਖਾ ਦੇਗਾ? ਹਾਂ, ਨੈਸ਼ਨਲ ਮੀਡੀਆ ਦਿਖਾਏਗਾ ਦੇਖੋ ਜੀ ਕਿ ਵੀ ਇਹ ਜਿਹੜਾ ਕਿਸਾਨ ਅੰਦੋਲਨ ਹੈਗਾ ਜੀ ਇਹਦੇ ਵਿੱਚ ਜੀ ਖਾਲਿਸਤਾਨੀ ਆ ਚੁੱਕੇ ਨੇ ਜੀ, ਇਹਨਾਂ ਨੂੰ ਫੰਡਿੰਗ ਹੁੰਦੀ ਪਈ ਹੈ ਜੀ, ਚੀਨ ਤੋਂ ਫੰਡਿੰਗ ਹੁੰਦੀ ਪਈ ਹੈ ਜੀ, ਉਗਰਵਾਦ ਫੰਡਿੰਗ ਕਰਦਾ ਪਿਆ ਜੀ, ਪਾਕਿਸਤਾਨ ਫੰਡਿੰਗ ਕਰਦਾ ਪਿਆ। ਉਹ ਮੇਰੇ ਵੀਰ ਜੀ ਇੱਕ ਗੱਲ ਦੱਸੋ, ਜਿਹੜਾ ਕਿਸਾਨ ਦਾ ਪੁੱਤਰ ਅਗਰ ਬਾਹਰ ਚਲਾ ਗਿਆ ਅਮਰੀਕਾ ਤਾਂ ਅਮਰੀਕਾ ਤੋਂ ਡਾਲਰ ਹੀ ਭੇਜੇਗਾ ਨਾ ਆਪਣੇ ਪਿਓ ਨੂੰ, ਆਪਣੀ ਮਾਂ ਨੂੰ। ਜਿਹੜਾ ਕੈਨੇਡਾ ਚਲਾ ਗਿਆ ਉਹ ਕੈਨੇਡਾ ਦੇ ਵਿੱਚੋਂ ਅਗਰ $1 ਭੇਜੇਗਾ ਤੇ ਸਾਡੇ 55 ਰੁਪਏ ਹੀ ਪਾਉਂਦੇ ਨਾ ਭਾਜੀ। ਹੁਣ ਉਹ ਬੰਦਾ ਜਿਹੜਾ ਅਗਰ ਇੱਥੋਂ ਦੀ ਵੇਖਦਾ ਪਿਆ, ਇੱਕ ਕਿਸਾਨ ਦਾ ਪੁੱਤਰ ਅਗਰ ਬਾਹਰ ਜਾ ਰਿਹਾ ਹੈ ਤੇ ਕਿਸਾਨ ਦਾ ਪੁੱਤਰ ਆਪਣੇ ਮਾਂ-ਬਾਪ ਨੂੰ ਜਦੋਂ ਅਗਰ ਪੈਸੇ ਭੇਜ ਰਿਹਾ ਉਹਨੂੰ ਤੁਸੀਂ ਫੰਡਿੰਗ ਕਹੋਗੇ? ਹੁਣ ਤੁਸੀਂ ਫੰਡਿੰਗ ਕਹੋਗੇ? ਦੂਜੀ ਗੱਲ ਮੈਂ ਕਹਿੰਦਾ ਵਾਂ ਕਿ ਤੁਸੀਂ ਜਿੰਨੇ ਮਰਜ਼ੀ ਇਲਜ਼ਾਮ ਲਗਾਉਣ ਦੀ ਤੁਸੀਂ ਕੋਸ਼ਿਸ਼ ਕਰੋ, ਨੈਸ਼ਨਲ ਮੀਡੀਆ ਕੁਝ ਵੀ ਅਗਰ ਕੋਈ ਕਰਦਾ ਹੈ, ਹੁਣ ਨੈਸ਼ਨਲ ਮੀਡੀਆ ਦਾ ਕੰਮ ਹੈਗਾ ਕਿ ਭਈਆ ਅਸੀਂ ਇਹਦੀ ਨੈਗੇਟਿਵਿਟੀ ਦਿਖਾਣੀ ਹੈ। ਹੁਣ ਨੈਸ਼ਨਲ ਮੀਡੀਆ ਨੂੰ ਪੁੱਛੋ ਕਿ ਕਿਆ ਇੱਥੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਵੀ ਆਪਣਾ ਅੰਦੋਲਨ ਅਗਰ ਕਰਦੇ ਪਿਆ, ਕਿਸੇ ਨੇ ਕਿਸੇ ਨੂੰ ਵੀ ਬੱਦਰ ਭਾਸ਼ਾ ਦਾ ਇਸਤੇਮਾਲ ਕੀਤਾ? ਕਿਸੇ ਨੇ ਕਿਸੇ ਨੂੰ ਨਾਰਾ ਗਲਤ ਲਗਾਇਆ? ਕਿਸੇ ਨੇ
ਕੋਈ ਵੀ ਚੀਜ਼ ਤੁਹਾਨੂੰ ਉੱਥੇ ਮਿਲਦੀ ਪਈ ਕਿ ਸਾਡੇ ਭਾਰਤ ਦੇਸ਼ ਦੇ ਵਿਰੁੱਧ ਅਗਰ ਕੋਈ ਕੰਮ ਹੁੰਦਾ ਹੈ ਉਹ ਤੁਹਾਨੂੰ ਨਜ਼ਰ ਆਇਆ? ਹਾਂ, ਅਗਰ ਸ਼ਾਂਤੀਮय ਤਰੀਕੇ ਨਾਲ ਅਗਰ ਕਿਸਾਨ ਅਗਰ ਆਪਣਾ ਹੱਕ ਮੰਗਦਾ ਪਿਆ ਤੇ ਕਿਸਾਨ ਆਪਣਾ ਹੱਕ ਮੰਗ ਸਕਦਾ ਹੈ। ਸਾਡੇ ਸੰਵਿਧਾਨ 'ਚ ਲਿਖਿਆ ਡੈਮੋਕ੍ਰੈਟਿਕ ਕੰਟਰੀ 'ਚ ਅਸੀਂ ਰਹਿੰਦੇ ਹਾਂ, ਡੈਮੋਕ੍ਰੇਸੀ ਸਾਡੀ ਹੈਗੀ ਹੈ, ਸਾਡਾ ਦੇਸ਼ ਹੈਗਾ ਭਾਰਤ। ਹੁਣ ਇਹ ਗੱਲ ਦੱਸੋ, ਸਾਡਾ ਭਾਰਤ ਦੇਸ਼ ਹੈਗਾ, ਇਹਨੂੰ ਹਿੰਦੁਸਤਾਨ ਕਿਉਂ ਕਿਹਾ ਜਾਂਦਾ ਹੈ? ਅੱਜ ਦੀ ਤਰੀਕੇ ਜੋ ਕਹਿੰਦੇ ਨੇ ਖਾਲਿਸਤਾਨੀ ਇਹਨੂੰ ਕਰਦੇ ਪਏ ਨੇ, ਫੰਡਿੰਗ ਕਰਦੇ ਪਏ ਨੇ, ਤੇ ਮੈਨੂੰ ਗੱਲ ਦੱਸੋ ਹਿੰਦੁਸਤਾਨ ਕਿਉਂ ਕਿਹਾ ਜਾਂਦਾ ਹੈ? ਹਮਾਰੇ ਹਿੰਦੁਸਤਾਨ ਮੇਂ ਇਹ, ਹਮਾਰੇ ਹਿੰਦੁਸਤਾਨ ਮੇਂ ਉਹ, ਜਦ ਕਿ ਇਹਦਾ ਨਾਂ ਕਿਸੇ ਵੀ ਸੰਵਿਧਾਨ 'ਚ ਕਨਸਟੀਟਿਊਸ਼ਨ ਦਿਖਾ ਦਿਓ ਕੋਈ ਹਿੰਦੁਸਤਾਨ ਲਿਖਿਆ, ਇਹਦਾ ਨਾਂ ਲਿਖਿਆ ਕੋਈ ਵੀ ਨੋਟ ਚੁੱਕ ਲਓ ਗਵਰਨਮੈਂਟ ਆਫ ਇੰਡੀਆ, ਪਰ ਤੁਸੀਂ ਪਾਸਪੋਰਟ ਚੁੱਕੋਗੇ ਲਿਖਿਆ ਇੰਡੀਆ, ਉਹਦੇ ਤੇ ਲਿਖਿਆ ਭਾਰਤ ਸਰਕਾਰ ਲਿਖਿਆ। ਜਿਹੜੇ ਵੀ ਤੁਸੀਂ ਮੰਤਰੀ ਸੰਤਰੀ ਦੇਖੋਗੇ ਉਹਨਾਂ ਦੀ ਗੱਡੀ ਦੇ ਉੱਤੇ ਲਿਖਿਆ ਹੋਏਗਾ ਭਾਰਤ ਸਰਕਾਰ। ਹੁਣ ਤੁਸੀਂ ਇਹ ਗੱਲ ਦੇਖੋ, ਜਦ ਭਾਰਤ ਲਿਖਿਆ ਹੈਗਾ ਤੇ ਫਿਰ ਹਿੰਦੁਸਤਾਨ ਅਗਰ ਅਸੀਂ ਇਹਨੂੰ ਪ੍ਰਮੋਟ ਕਰਦੇ ਪਿਆ ਤੇ ਅਸੀਂ ਹਿੰਦੁਸਤਾਨ ਕੌਣ ਪ੍ਰਮੋਟ ਕਰਦਾ ਪਿਆ? ਇਹੀ ਤਾਂ ਪ੍ਰਮੋਟ ਕਰਦੇ ਪਏ ਨੇ, ਨੈਸ਼ਨਲ ਚੈਨਲ ਵੀ ਪ੍ਰਮੋਟ ਕਰਦੇ ਪਏ ਨੇ, ਇਹ ਉਹਨਾਂ ਨੂੰ ਪ੍ਰਮੋਟ ਕਰਦੇ ਪਏ ਨੇ। ਔਰ ਸਾਡੀ ਨੈਗੇਟਿਵਿਟੀ ਪਤਾ ਕੀ ਦਿਖਾਉਂਦੇ ਪਏ ਨੇ ਕਿ ਅਗਰ ਕਿਸਾਨ ਨੇ ਵਾਸਤੇ ਅਗਰ ਲੰਗਰ ਕਿਸੇ ਨੇ ਲਗਾਤਾ, ਅੱਜ ਮੈਂ ਕਿਸਾਨ ਨਹੀਂ ਹੈਗਾ, ਮੈਂ ਇੱਕ ਬਿਜ਼ਨਸਮੈਨ ਹੈਗਾ, ਮੈਂ ਇੱਕ ਕਿਸਾਨ ਨਹੀਂ ਹੈਗਾ, ਮਗਰ ਮੇਰੀ ਕਿਸੇ ਨਾ ਕਿਸੇ ਨਾਲ ਤੇ ਭੂਮਿਕਾ ਮੇਰੀ ਕਿਸਾਨ ਨਾਲ ਜੁੜੀ ਹੋਈ ਹੈ ਨਾ ਜੀ। ਅੱਜ ਅਗਰ ਕਿਸਾਨ ਅਗਰ ਉਗਾਏਗਾ ਨਹੀਂ ਤੇ ਕਿਆ ਮੇਰੀ ਕੰਪਨੀ ਦੇ ਸਟੇਨਲੈਸ ਸਟੀਲ ਲੱਗਦਾ ਹੈ, ਮੇਰੀ ਕੰਪਨੀ ਦੇ ਕਾਪਰ ਲੱਗਦਾ ਹੈ, ਮੇਰੀ ਕੰਪਨੀ ਦੇ ਵਿੱਚ ਮੈਗਨੀਜ਼ ਲੱਗਦਾ ਹੈ, ਕਿਆ ਮੈਨੂੰ ਜਦੋਂ ਅੰਨ ਨਹੀਂ ਮਿਲੇਗਾ, ਕਣਕ ਨਹੀਂ ਮਿਲੇਗੀ, ਕਿਆ ਮੈਂ ਸਟੇਨਲੈਸ ਸਟੀਲ ਦੀ ਚਾਦਰ 8x4 ਦੀ ਖਾ ਲਾਂਗਾ ਜੀ ਉਹਨੂੰ? ਕਿਸਾਨ ਦੇਖੋ, ਕਿਸਾਨ ਦੀ ਸਾਡੀ ਰਿਸਪੈਕਟ ਕਰਨੀ ਪਏਗੀ, ਜਵਾਨ ਦੀ ਵੀ ਰਿਸਪੈਕਟ ਕਰਨੀ ਪਏਗੀ। ਨੈਸ਼ਨਲ ਮੀਡੀਆ ਵਾਲੇ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਹ ਵੀ, ਤੁਸੀਂ ਵੀ ਇੱਕ ਭਾਰਤੀ ਹੈਗੇ ਹੋ, ਨੈਸ਼ਨਲ ਮੀਡੀਆ ਵਾਲੇ ਵੀ, ਮੈਂ ਵੀ ਭਾਰਤੀ ਹੈਗਾ, ਔਰ ਜਿਹੜਾ ਕਿਸਾਨ ਹੈਗਾ ਉਹ ਵੀ ਭਾਰਤੀ ਹੈਗਾ, ਜਿਹੜਾ ਅੰਦੋਲਨ ਕਰਦਾ ਪਿਆ ਉਹ ਵੀ ਭਾਰਤੀ ਹੈਗਾ, ਜਿਹੜਾ ਲੰਗਰ ਲਗਾ ਰਿਹਾ, ਲੰਗਰ ਖਵਾ ਰਿਹਾ ਉਹ ਵੀ ਭਾਰਤੀ ਹੈਗਾ। ਜਿਹੜਾ ਅਗਰ ਨੈਸ਼ਨਲ ਮੀਡੀਆ, ਜਿਹੜਾ ਅਗਰ ਨੈਸ਼ਨਲ ਜਿਹੜੇ ਟੀਵੀ ਅਗਰ ਕਿਸੇ ਅਗਰ ਗਲਤ ਅਗਰ ਨੈਗੇਟਿਵਿਟੀ ਦਿਖਾਉਂਦੇ ਪਏ ਨੇ ਉਹ ਵੀ ਭਾਰਤੀ ਹੈਗੇ ਨੇ। ਸਾਨੂੰ ਇੱਕ ਭਾਰਤੀ ਨੂੰ ਭਾਰਤੀ ਦੇ ਵਾਸਤੇ ਅਸੀਂ ਉਹਦੀ ਨੈਗੇਟਿਵਿਟੀ ਕਿਉਂ ਦਿਖਾਉਂਦੇ ਪਏ ਆ? ਮੈਂ ਬੜੀ ਸਿੰਪਲ ਜੀ ਗੱਲ ਤੁਹਾਨੂੰ ਦੱਸਣ ਲੱਗਾ, ਅਗਰ ਕੋਵਿਡ-19 ਆਇਆ ਉਹਦੇ ਵਿੱਚ ਸਿੱਖਾਂ ਨੇ, ਪੰਜਾਬੀਆਂ ਨੇ ਬਹੁਤ ਵੱਡੇ ਵੱਡੇ ਲੰਗਰ ਲਗਾਏ, ਘਰੋਂ ਨਿਕਲ ਕੇ ਚਲੇ ਗਏ, ਕਈ ਬੰਦੇ ਲੰਗਰ ਲਗਾਉਂਦੇ ਸੇਵਾ ਕਰਦੇ ਆਪਣੇ ਜਿਹੜੇ ਹੈਗੇ ਨੇ ਸੰਸਾਰੀ ਯਾਤਰਾ ਵੀ ਪੂਰੀ ਕਰਕੇ ਚਲੇ ਗਏ, ਕੁਝ ਲੋਕ ਘਰੋਂ ਬਾਹਰ ਨਹੀਂ ਨਿਕਲੇ। ਅਗਰ ਸਿੱਖਾਂ ਨੇ, ਅਗਰ ਗੁਰਦੁਆਰਿਆਂ ਨੇ ਅਗਰ ਐਡਾ ਵੱਡਾ ਲੰਗਰ ਲਗਾਇਆ ਤੇ ਕਿਆ ਇਹ ਗੱਲ ਦੱਸੋ ਉਦੋਂ ਕਿਉਂ ਨਹੀਂ ਫੰਡਿੰਗ ਪੁੱਛੀ ਗਈ? ਅੱਜ ਦੀ ਤਰੀਕ ਦੇ ਵਿੱਚ ਅਗਰ ਤੁਸੀਂ ਕਿਸਾਨ ਅੰਦੋਲਨ ਦੀ ਗੱਲ ਕਰ ਲਓ, ਨੋਟਬੰਦੀ ਦੀ ਗੱਲ ਕਰ ਲਓ, ਜਦੋਂ ਇਹ ਕਿਸਾਨ ਅੰਦੋਲਨ ਦੇ ਵਿੱਚ ਅਗਰ ਐਡੇ ਵੱਡੇ ਲੰਗਰ ਚੱਲਦੇ ਪਏ ਨੇ, ਤੁਸੀਂ ਦੇਖੋ ਲੰਗਰ ਕਹਿੰਦੇ ਨੇ ਫੰਡਿੰਗ ਕੌਣ ਕਰ ਗਿਆ? ਨੈਸ਼ਨਲ ਮੀਡੀਆ ਨੂੰ ਮੈਂ ਦੱਸ ਦੇਣਾ ਚਾਹੁੰਦਾ, ਫੰਡਿੰਗ ਬੜਾ ਸਾਨੂੰ ਕੀਤੀ ਫੰਡਿੰਗ ਜੀ, ਸਾਡੇ ਗੁਰੂ ਨਾਨਕ ਦੇਵ ਜੀ ਪਹਿਲੇ ਸਾਡੇ ਗੁਰੂ ਸੀ ਜਿਹੜੇ ਗੁਰੂ ਨਾਨਕ ਪਾਤਸ਼ਾਹ, ਉਹ ਸਾਨੂੰ ਫੰਡਿੰਗ ਕਰ ਗਏ। 551 ਸਾਲ ਤੋਂ ਸਾਨੂੰ ਫੰਡਿੰਗ ਚੱਲਦੀ ਪਈ ਹੈ। ਅੱਜ ਇਹ ਲੰਗਰ ਜਿਹੜਾ ਹੈਗਾ ਉਹ ਤੁਸੀਂ ਦੇਖੋ 20 ਰੁਪਏ ਦਾ ਲੰਗਰ ਚਲਾ ਗਏ ਸੀਗੇ, ਅੱਜ ਦੀ ਤਰੀਕ 551 ਸਾਲ ਹੋ ਗਏ ਲੰਗਰ ਚੱਲ ਰਿਹਾ ਨਾ। ਔਰ ਅੱਜ ਦੀ ਤਰੀਕ ਤੁਹਾਨੂੰ ਇੱਕ ਗੱਲ ਮੈਂ ਬੜੀ ਕਲੀਅਰਲੀ ਗੱਲ ਦੱਸਦਾ, ਜਦ ਤੱਕ ਮਨੁੱਖ ਹੈਗਾ, ਸੰਸਾਰ ਹੈਗਾ, ਸੰਸਾਰ ਦੇ ਵਿੱਚ ਅਗਰ ਮਨੁੱਖ ਜੀਵਨ ਹੈਗਾ, ਇਹ ਸਿੱਖਾਂ ਦੇ ਵੱਲੋਂ ਜਿਹੜਾ ਲੰਗਰ ਹੈਗਾ ਉਹ ਚੱਲਦਾ ਰਹੇਗਾ। ਜਿਹਨੂੰ ਮਰਜ਼ੀ ਇਹ ਫੰਡਿੰਗ ਕਹਿੰਦੇ ਰਹਿਣ ਕਿ ਉਹ ਇਹ ਫੰਡਿੰਗ ਕਰ ਗਿਆ, ਕੋਈ ਨਕਸਲਵਾਦੀ ਆ ਗਿਆ ਜੀ, ਕੋਈ ਉਗਰਵਾਦੀ ਆ ਗਿਆ ਜੀ, ਕੋਈ ਜੇਕਰ ਕੋਈ ਮੁਸਲਮਾਨ ਨੇ ਅਗਰ ਕੋਈ ਲਗਾ ਦਿੱਤਾ ਉਹਨੂੰ ਕਹਿ ਕੇ ਉਗਰਵਾਦੀ ਆ ਗਿਆ ਜੀ, ਇਹ ਪਾਕਿਸਤਾਨ ਨਾਲ ਸੰਬੰਧ ਨੇ। ਅੱਜ ਅਗਰ ਇਹਨਾਂ ਨੂੰ ਕਹਿੰਦੇ ਨੇ ਫੰਡਿੰਗ ਅਗਰ ਲਗਾਤੀ, ਅਗਰ ਕਿਸਾਨ ਅਗਰ ਗਲਤ ਹੁੰਦਾ ਤੇ ਕਿਉਂ ਇਹਨਾਂ ਨੇ ਖੱਡੇ ਖੋਦੇ ਜੀ ਬਾਹਰ ਨੈਸ਼ਨਲ ਹਾਈਵੇ ਤੇ? ਰਾਸ਼ਟਰੀ ਸੰਪत्ति ਨੂੰ ਹਰਿਆਣਾ ਦੇ ਜਿਹੜੇ ਚੀਫ ਮਿਨਿਸਟਰ ਹੈਗੇ ਨੇ ਉਹਨਾਂ ਨੇ ਕਿਉਂ ਉੱਥੇ ਖੁਦਵਾਈ ਕਰਾਤੀ? ਇਸੇ ਗੱਲ ਤੋਂ ਮੈਨੂੰ ਗੱਲ ਇਹ ਪੁੱਛਣਾ ਚਾਹੁੰਦਾ ਕਿ ਦੇਖੋ ਜਿੰਨੇ ਵੀ ਅੰਦੋਲਨ ਪਹਿਲਾਂ ਹੁੰਦੇ ਨੇ ਜਾਂ ਕੋਈ ਪ੍ਰੋਟੈਸਟ ਹੁੰਦਾ, ਕੁਝ ਹੁੰਦਾ, ਉਹਦੇ ਵਿੱਚ ਜਿਹੜੇ ਪ੍ਰੋਟੈਸਟਕਾਰੀ ਹੁੰਦੇ ਨੇ ਉਹ ਕਿਤੇ ਨਾ ਕਿਤੇ ਜਿਹੜੀਆਂ ਸਰਕਾਰੀ ਇਮਾਰਤਾਂ ਨੇ ਜਾਂ ਸਰਕਾਰੀ ਜਾਇਦਾਦ ਹੁੰਦੀ ਹੈ ਜਾਂ ਕੁਝ ਵੀ ਹੈ ਤੇ ਉਹਨਾਂ ਦਾ ਨੁਕਸਾਨ ਹੁੰਦਾ, ਜਾਂ ਕੁਝ ਆਪਣੇ ਅਸੀਂ ਵੇਖਦੇ ਹਾਂ ਕਿਤੇ ਗੱਡੀਆਂ ਸਾੜੀਆਂ ਜਾ ਰਹੀਆਂ, ਕਿਤੇ ਕੁਝ ਹੁੰਦਾ। ਪਰ ਇੱਕ ਕਿਸਾਨੀ ਅੰਦੋਲਨ ਇੱਕ ਐਸਾ ਅੰਦੋਲਨ ਹੋਇਆ ਜਿਸ ਦੇ ਵਿੱਚ ਕਿਸਾਨਾਂ ਵੱਲੋਂ, ਲੋਕਾਂ ਵੱਲੋਂ ਇਸ ਅੰਦੋਲਨ ਨਾਲ ਜੁੜੇ ਹੋਏ ਹਰ ਵਿਅਕਤੀ ਨੇ ਬੜੇ ਪੀਸਫੁਲ ਤਰੀਕੇ ਦੇ ਨਾਲ ਤੇ ਨਾਲੇ ਆਪਣੇ ਡਿਸਪਲਿਨ ਵਿੱਚ ਰਹਿ ਕਰਕੇ ਇਹ ਅੰਦੋਲਨ ਜਿਹੜਾ ਚਲਾਇਆ ਹੈ ਤੇ ਇਸ ਵਿੱਚ ਕਿਸੇ ਦਾ ਨੁਕਸਾਨ ਨਹੀਂ ਕੀਤਾ ਗਿਆ, ਕਿਸੇ ਸਰਕਾਰੀ ਪੱਧਰ ਦੇ ਉੱਪਰ ਕੋਈ ਨੁਕਸਾਨ ਨਹੀਂ ਹੋਇਆ, ਪਰ ਸਰਕਾਰਾਂ ਨੇ ਖੁਦ ਆਪਣਾ ਨੁਕਸਾਨ ਕੀਤਾ। ਕਈ ਵਾਰੀ ਹੋ ਸਕਦਾ ਬੰਦਾ ਕਹਿੰਦਾ ਯਾਰ ਇਹ ਕਿਉਂ ਬੜੇ ਸ਼ਾਂਤੀਮय ਤਰੀਕੇ ਨਾਲ ਕਿਉਂ ਕਰਦੇ ਪਏ ਨੇ? ਕਈ ਬੰਦਾ ਕਹਿੰਦਾ ਯਾਰ ਇਹ ਤਾਂ ਸਰਦਾਰ ਹੈ, ਇਹ ਤਾਂ ਬੜੀ ਯਾਰ ਬੜੀ ਮਾਰਸ਼ਲ ਕੌਮ ਹੈ ਯਾਰ, ਇਹ ਚੁੱਪਚਾਪ ਬੈਠੀ ਹੈ। ਕਈਆਂ ਨੂੰ ਬੜੀ ਵੱਡੀ ਤਕਲੀਫ ਹੁੰਦੀ ਹੋਏਗੀ। ਕਿਆ ਕਿਸਾਨ ਜਿਹੜਾ ਹੈਗਾ ਉਹ ਇਨਸਾਨ ਨਹੀਂ ਹੈਗਾ? ਜਦ ਉਗਾ ਰਿਹਾ ਹੈ, ਸਾਡੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਜੀ ਦਾ ਇੱਕ ਨਾਰਾ ਸੀਗਾ ਜੈ ਜਵਾਨ ਔਰ ਜੈ ਕਿਸਾਨ। ਉਹ ਇਸ ਕਰਕੇ ਕਿ ਨਾਰਾ ਸੀਗਾ ਜੈ ਜਵਾਨ ਔਰ ਜੈ ਕਿਸਾਨ, ਕਿਉਂਕਿ ਜਵਾਨ ਸਾਨੂੰ ਜਿਹੜੀ ਸਾਡੀ ਸੀਮਾ ਤੋਂ, ਸਾਡੇ ਦੁਸ਼ਮਣ ਤੋਂ ਸਾਨੂੰ ਬਚਾਉਂਦਾ ਹੈ। ਕਿਸਾਨ ਸਾਨੂੰ ਅੰਨ ਉਗਾਏਗਾ ਤੇ ਸਾਡੇ ਪੇਟ ਦੀ ਅੱਗ ਬੁਝਾਉਂਦਾ ਹੈ। ਜਵਾਨ ਵੀ ਸਾਨੂੰ
ਬਚਾਉਂਦਾ ਤੇ ਕਿਸਾਨ ਵੀ ਸਾਨੂੰ ਬਚਾਉਂਦਾ। ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ। ਮੈਂ ਸਵੇਰੇ ਇੱਕ ਸੋਸ਼ਲ ਮੀਡੀਆ ਤੇ ਇੱਕ ਬੜਾ ਵੱਡਾ ਕਿਸੇ ਨੇ ਇੱਕ ਇੰਟਰਵਿਊ ਸੀਗਾ, ਮੈਨੂੰ ਨਾਂ ਯਾਦ ਨਹੀਂ ਆਉਂਦਾ ਪਿਆ, 1970 'ਚ ਕਹਿੰਦਾ ਜੀ 50 ਰੁਪਏ ਦੀ ਜਿਹੜੀ ਹੈਗੀ ਸੀ ਨਾ ਇੱਕ ਕੁਇੰਟਲ ਸੀਗਾ ਇਹਦਾ ਅਨਾਜ ਦਾ ਇਹਦੇ ਵਿੱਚ, ਤੇ ਅੱਜ ਦੀ ਤਰੀਕ 'ਚ ਤਕਰੀਬਨ ਉਹ ਕਹਿ ਰਿਹਾ ਸੀ ਕਿ 1700-1800 ਰੁਪਏ ਹੈਗਾ। ਠੀਕ ਹੈ, ਉਹਨੇ ਕਿਹਾ ਕਿ ਮੈਂ ਉਹਨਾਂ ਦੀ ਗੱਲ ਸੁਣਦਾ ਪਿਆ ਸੀ ਕਿ ਇੰਟਰਵਿਊ ਦੇ ਵਿੱਚ ਕਿਸਾਨ ਦਾ ਜਿਹੜਾ ਹੈਗਾ 1970 ਤੋਂ ਲੈ ਕੇ ਅੱਜ ਦੀ ਤਰੀਕ ਤੱਕ 19 ਜਾਂ 20 ਗੁਣਾ ਜਿਹੜਾ ਹੈਗਾ ਸਿਰਫ ਉਹਨੂੰ ਉਹਦੇ ਪੈਸੇ ਵਧੇ ਹੈਗੇ ਨੇ। ਮਗਰ ਜਿਹੜੇ ਵੀ ਸਰਕਾਰੀ ਵਿਭਾਗ ਦੇ ਬੰਦੇ ਹੈਗੇ ਨੇ ਜਾਂ ਜਿਹੜੇ ਵੀ ਬੰਦੇ ਕੋਆਪਰੇਟ ਬੰਦੇ ਹੈਗੇ ਨੇ ਉਹਨਾਂ ਦੇ ਜਾਂ ਟੀਚਰ ਹੈਗੇ ਨੇ ਜਾਂ ਇੰਜੀਨੀਅਰ ਤੁਸੀਂ ਕਹਿ ਸਕਦੇ ਹੋ ਕਾਲਜਾਂ ਦੇ ਵਿੱਚ, ਉਹਨਾਂ ਦੀ ਤਨਖਾਹ ਤੇ ਜਿਹੜੀ ਹੈਗੀ ਹੈ 380 ਜਾਂ 400 ਗੁਣਾ ਜਿਹੜੀ ਵੱਧ ਗਈ ਹੈਗੀ ਹੈ। ਉਹਨਾਂ ਨੇ ਕਿਹਾ ਕਿ ਕਿਸਾਨ ਨੇ ਕਿਹਾ ਗੁਣਾ ਕੀਤਾ ਕਿ 19 ਗੁਣਾ ਹੀ ਉਹਦੀ ਵਧੀ ਹੈ ਤੇ ਇਹਨਾਂ ਦੀ 400 ਗੁਣਾ ਵੱਧ ਗਈ ਹੈਗੀ। ਹੁਣ ਇੱਕ ਗੱਲ ਦੱਸੋ, ਅੱਜ ਦੀ ਤਰੀਕ ਦੇ ਤੁਸੀਂ ਦੇਖੋ ਇਹ 100-125 ਤੇ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਮਿਲਦੀਆਂ, ਤੁਹਾਨੂੰ ਫੈਸਿਲਿਟੀਜ਼ ਮਿਲਦੀਆਂ ਹੈਗੀਆਂ। ਜਿੰਨੇ ਵੀ ਤੁਸੀਂ ਦੇਖੋ IPS AS ਜਿਹੜੇ ਆਫੀਸਰ ਹੁੰਦੇ ਨੇ, ਅੱਜ ਦੀ ਤਰੀਕ 'ਚ ਉਹਨਾਂ ਨੂੰ ਕੱਪੜੇ ਧੋਣ ਦੇ ਵੀ ਪੈਸੇ ਮਿਲਦੇ ਨੇ। ਅੱਜ ਦੀ ਤਰੀਕ ਚੈੱਕ ਕਰੋ, ਉਹਨਾਂ ਨੂੰ ਦਵਾਈਆਂ ਦੇ ਪੈਸੇ ਵੀ ਦਿੱਤੇ ਜਾਂਦੇ ਨੇ, ਮੈਡੀਕਲ ਫੈਸਿਲਿਟੀ ਦਿੱਤੀ ਜਾਂਦੀ ਹੈ। ਹੁਣ ਕਿਸਾਨ ਨੇ ਅਗਰ ਉਗਾ ਲਿੱਤਾ ਤੇ ਕਿਆ ਕਿਸਾਨ ਕੱਪੜੇ ਨਹੀਂ ਧੋਂਦਾ? ਕਿਆ ਕਿਸਾਨ ਮੈਡੀਕਲ ਕਿਆ ਬਿਮਾਰ ਨਹੀਂ ਹੁੰਦਾ? ਕਿਆ ਕਿਸਾਨ ਦਾ ਬੱਚਾ ਐਜੂਕੇਸ਼ਨ ਨਹੀਂ ਹੁੰਦਾ? ਜਦ ਸਰਕਾਰ ਦੇ ਵਿੱਚ ਅਗਰ ਕੋਈ ਬੰਦਾ ਨੌਕਰੀ ਕਰਦਾ ਹੈ ਉਹਨੂੰ ਮੈਡੀਕਲ ਫੈਸਿਲਿਟੀ ਵੀ ਦਿੱਤੀ ਜਾਂਦੀ ਹੈ, ਉਹਨੂੰ ਇੰਸ਼ੋਰੈਂਸ ਵੀ ਦਿੱਤੀ ਜਾਂਦੀ ਹੈ, ਕੱਪੜੇ ਧੋਣ ਦੇ ਵੀ ਉਹਨੂੰ ਪੈਸੇ ਦਿੱਤੇ ਜਾਂਦੇ ਨੇ, ਉਹਨੂੰ ਆਉਣ ਜਾਣ ਦੇ ਵੀ ਪੈਸੇ ਦਿੱਤੇ ਜਾਂਦੇ ਨੇ। ਉਹਨੂੰ ਕਿਤੇ ਅਗਰ ਕੋਈ 에ਅਰਲਾਈਨ ਦੇ ਵਿੱਚ ਹੋਵੇ ਤੇ 에ਅਰਲਾਈਨ ਵਾਲੇ ਸਿਰਫ ਉਹਦੇ ਕੋਲ ਟੈਕਸ ਲੈਂਦੇ ਨੇ, ਟਿਕਟ ਦਾ ਕੋਈ ਉਹਦੇ ਕੋਲ ਪੈਸੇ ਲੈਂਦੇ। ਤੇ ਕਿਆ ਇਸ ਕਿਸਾਨ ਨੇ ਕੋਈ ਗੁਨਾਹ ਕਰ ਲਿੱਤਾ? ਨਹੀਂ, ਇਸ ਕਿਸਾਨ ਅੰਦੋਲਨ ਦੀ ਅਸੀਂ ਜਦੋਂ ਅਸੀਂ ਗੱਲ ਕਰ ਰਹੇ ਹਾਂ, ਅਸੀਂ ਤੁਹਾਡੀ ਗੱਲ ਠੀਕ ਹੈ, ਲੇਕਿਨ ਕਿਸਾਨ ਅੰਦੋਲਨ ਦੀ ਜਿਹੜੀ ਅਸੀਂ ਗੱਲ ਕਰ ਰਹੇ ਹਾਂ ਕਿ ਕਿਸਾਨ ਅੰਦੋਲਨ ਦੇ ਵਿੱਚ ਬੜਾ ਪੀਸਫੁਲ ਹੋ ਰਿਹਾ, ਸਭ ਕੁਝ ਪੀਸਫੁਲ ਹੋ ਰਿਹਾ, ਕਿਸੇ ਕੋਈ ਸਰਕਾਰੀ ਜਾਇਦਾਦ ਦਾ ਕੋਈ ਨੁਕਸਾਨ ਨਹੀਂ ਹੋਇਆ, ਕੋਈ ਅੱਗਾਂ ਨਹੀਂ ਲੱਗੀਆਂ, ਕੋਈ ਗੱਡੀਆਂ ਨਹੀਂ ਸਾੜੀਆਂ, ਪਰ ਸਰਕਾਰ ਨੇ ਖੁਦ ਆਪਣੇ ਨੈਸ਼ਨਲ ਹਾਈਵੇ ਖੋਦ ਦਿੱਤੇ। ਮੈਂ ਤਾਂ ਤੁਹਾਨੂੰ ਹੁਣੇ ਪਹਿਲੇ ਹੀ ਕਿਹਾ ਕਿ ਇੱਕ ਗੱਲ ਦੱਸੋ, ਰਾਸ਼ਟਰੀ ਸੰਪਤੀ ਦਾ ਨੁਕਸਾਨ ਕਿਸੇ ਕਿਸਾਨ ਨੇ ਨਹੀਂ ਕੀਤਾ। ਔਰ ਜਿਹੜਾ ਕਿ ਸਰਕਾਰ ਕਹਿੰਦੀ ਸੀਗੀ ਕਿ ਰਾਸ਼ਟਰੀ ਸੰਪਤੀ ਦਾ ਅਗਰ ਕੋਈ ਵੀ ਨੁਕਸਾਨ ਕਰੇਗਾ ਤੇ ਉਹਦੇ ਕੋਲੋਂ ਅਸੀਂ ਭਰਪਾਈ ਕਰਾਂਗੇ। ਰਾਸ਼ਟਰੀ ਸੰਪਤੀ ਦਾ ਨੁਕਸਾਨ ਕਿੰਨੇ ਕੀਤਾ? ਹਰਿਆਣਾ ਸਰਕਾਰ ਨੇ ਸੜਕਾਂ ਖੋਦੀਆਂ, ਹਰਿਆਣਾ ਸਰਕਾਰ ਨੇ ਪੱਥਰ ਲਗਾਏ, ਹਰਿਆਣਾ ਸਰਕਾਰ ਨੇ ਹੀ ਵਾਟਰ ਕੈਨਨ ਦੇ ਨਾਲ ਪਾਣੀ ਸੁੱਟਿਆ, ਹਰਿਆਣਾ ਸਰਕਾਰ ਨੇ ਜਿਹੜੇ ਡੰਪਰ ਉੱਥੇ ਵੱਡੇ ਵੱਡੇ ਖੜੇ ਕਰ ਦਿੱਤੇ, ਹਰਿਆਣਾ ਸਰਕਾਰ ਨੇ ਜਿਹੜੀ ਹੈਗੀ ਉੱਥੇ ਜਿਹੜੇ ਆਪਣੇ ਅਸੀਂ ਉਹਨੂੰ ਕੀ ਕਹਿੰਦੇ ਆ ਕਿ ਵੱਡੇ ਵੱਡੇ ਮਿੱਟੀ ਦੇ ਟਰੱਕ 20-20 ਫੁੱਟ ਦੇ ਵਿੱਚ ਤੁਸੀਂ ਗਹਿਰਾਈ ਦੇ ਵਿੱਚ ਕਰਤਾ ਕਿ ਭਈਆ ਇਹ ਕਿਸਾਨ ਅੱਗੇ ਨਾ ਜਾਵੇ। ਹਰਿਆਣਾ ਸਰਕਾਰ ਨੂੰ ਕਰਨ ਦੀ ਲੋੜ ਨਹੀਂ ਸੀ, ਕਿਉਂਕਿ ਟ੍ਰਾਂਜਿਟ ਹੁੰਦਾ ਹੈ, ਕਿਉਂਕਿ ਉਹ ਪੰਜਾਬ ਤੋਂ ਚੱਲੇ ਸੀਗੇ ਤੇ ਉਹਨਾਂ ਨੇ ਆਪਣਾ ਜੰਤਰ ਮੰਤਰ ਆਣਾ ਸੀਗਾ ਤੇ ਜਾਂ ਕਿਤੇ ਰਾਮਲੀਲਾ ਗਰਾਊਂਡ ਬੈਠਦੇ ਤੇ ਹਰਿਆਣਾ ਸਰਕਾਰ ਦੇ ਤਾਂ ਕੋਲ ਕੋਈ ਰਾਈਟ ਹੀ ਨਹੀਂ ਹੈਗਾ ਕਿ ਉਹਨਾਂ ਨੂੰ ਰੋਕ ਦੇਣ। ਉਹਨਾਂ ਨੇ ਤੇ ਆਪਣੀ ਭਾਰਤ ਸਰਕਾਰ ਕੇਂਦਰ ਨਾਲ ਗੱਲ ਕਰਨੀ ਸੀਗੀ। ਹੁਣ ਹਰਿਆਣਾ ਦੇ ਵਿੱਚ ਤੇ ਟ੍ਰਾਂਜਿਟ ਹੁੰਦਾ। ਮੈਂ ਤੁਹਾਡੇ ਮਾਧਿਅਮ ਤੋਂ ਜਿਹੜਾ ਹੈਗਾ ਚੈਨਲ ਦੇ ਮਾਧਿਅਮ ਤੋਂ ਗੱਲ ਦੱਸਣ ਲੱਗਾ। ਫਰਜ਼ ਕਰੋ ਮੈਂ ਜਰਮਨੀ ਜਾਣਾ ਹੈਗਾ, ਮੇਰੀ ਫਲਾਈਟ ਲੰਡਨ ਉਤਰਦੀ ਹੈਗੀ ਹੈ, ਲੰਡਨ ਤੋਂ ਮੈਂ ਫਲਾਈਟ ਚੇਂਜ ਕਰਨੀ ਹੈਗੀ ਹੈ। ਹੁਣ ਮੈਂ ਲੰਡਨ ਦਾ ਮੇਰੇ ਕੋਲ ਵੀਜ਼ਾ ਨਹੀਂ ਹੈਗਾ, ਮੈਂ ਜਦੋਂ ਫਲਾਈਟ ਮੇਰੀ ਲੰਡਨ ਉਤਰੀ, ਮੈਂ ਲੰਡਨ ਦੇ UK 'ਚ ਉਤਰਿਆ ਨਾ ਜੀ, ਮੈਂ ਉੱਥੋਂ ਦੀ ਫਿਰ ਨਿਕਲਿਆ ਉਸੇ ਆਪਣੇ 에ਅਰਪੋਰਟ ਤੋਂ ਹੀ ਮੈਂ ਆਪਣਾ ਦੂਜਾ ਜਿਹੜਾ ਜਹਾਜ਼ ਪਕੜਿਆ, ਜਰਮਨੀ ਦਾ ਮੈਂ ਜਹਾਜ਼ ਪਕੜ ਲਿੱਤਾ ਤੇ ਮੈਂ ਜਰਮਨੀ ਦਾ ਜਹਾਜ਼ ਪਕੜ ਕੇ ਮੈਂ ਜਰਮਨੀ ਚਲਾ ਗਿਆ। ਹੁਣ ਇਹ ਗੱਲ ਦੱਸੋ, ਜਦ ਮੇਰੇ ਕੋਲ ਵੀਜ਼ਾ ਨਹੀਂ ਸੀ ਹੈਗਾ ਤੇ ਮੈਂ UK ਲੈਂਡ ਮੇਰੀ ਫਲਾਈਟ ਹੋਈ ਨਾ ਤੇ ਮੈਂ UK ਦੇ 에ਅਰਪੋਰਟ ਤੇ ਉਤਰਿਆ ਨਾ, ਹੀਥਰੋ 에ਅਰਪੋਰਟ ਤੇ ਹੀਥਰੋ ਦਾ 에ਅਰਪੋਰਟ ਤੇ ਮੈਂ ਫਲਾਈਟ ਲਿੱਤੀ ਜਰਮਨ ਦੀ। ਹੁਣ ਇਹ ਗੱਲ ਦੱਸੋ, ਕਿਆ ਮੈਨੂੰ ਉਹਨਾਂ ਨੇ ਮੇਰੇ ਕੋਲ ਵੀਜ਼ਾ ਲਿੱਤਾ, ਵੀਜ਼ੇ ਦੀ ਫੀਸ ਲਿੱਤੀ? ਇਹੀ ਗੱਲ ਮੈਂ ਦੱਸਣਾ ਚਾਹੁੰਦਾ, ਹਰਿਆਣਾ ਸਰਕਾਰ ਨੂੰ ਕੋਈ ਵੀ ਰਾਈਟ ਨਹੀਂ ਸੀ ਬਣਦਾ ਕਿ ਹਰਿਆਣਾ ਸਰਕਾਰ ਜਿਹੜੀ ਹੈਗੀ ਕਿ ਉਹਦੇ ਵਿੱਚ ਖੋਦ ਦੇਵੇ, ਮਿੱਟੀ ਦੇ ਡੰਪਰ ਪਾ ਦੇਵੇ, ਉਹਦੇ ਵਿੱਚ ਤੁਸੀਂ ਦੇਖੋ ਵਾਟਰ ਕੈਨਨ ਦੇ ਨਾਲ ਇੰਨੀ ਸਰਦੀ ਦੇ ਵਿੱਚ ਪਾਣੀ ਪਾਇਆ, ਉਹਦੇ ਵਿੱਚ ਬੁਛਾਰਾ ਕੀਤੀਆਂ। ਇਹ ਕੌਣ ਹੈਗਾ ਜੀ? ਰਾਸ਼ਟਰੀ ਸੰਪਤੀ ਨੂੰ ਕੌਣ ਕਰਦਾ ਪਿਆ ਜੀ? ਅੱਜ ਅਗਰ ਕੋਈ ਵੀ ਤੁਸੀਂ ਚੈਨਲ 24 ਚਲੇ ਜਾਓ, NH8 ਚਲੇ ਜਾਓ, ਕਿਸੇ ਵੀ NH ਤੇ ਚਲੇ ਜਾਓ, ਜਿਹੜੇ ਨੈਸ਼ਨਲ ਹਾਈਵੇ ਹੈਗੇ ਨੇ, ਉਹ ਤੁਸੀਂ ਨੈਸ਼ਨਲ ਹਾਈਵੇ ਨੂੰ ਅਗਰ ਸੰਪਤੀ ਖਰਾਬ ਕੀਤੀ, ਮੈਂ ਅਗਰ ਕੋਈ ਸੰਪਤੀ ਖਰਾਬ ਕਰਾਂਗਾ ਤੇ ਤੁਸੀਂ ਤੇ ਮੇਰੇ ਕੋਲ ਭਰਪਾਈ ਕਰ ਲੋਗੇ। ਹੁਣ ਖੱਟਰ ਸਾਹਿਬ ਨੂੰ ਕਹੋ ਨਾ ਭਰਪਾਈ ਕਰਨ, ਇਹਦਾ ਸਾਰਾ ਜਿੰਨਾ ਵੀ ਕਰੋੜਾਂ ਰੁਪਏ ਹੈਗਾ ਭਰਨ, ਸਰਕਾਰ ਕੋਲੋਂ ਨਾ ਭਰਨ, ਆਪਣੀ ਜੇਬ ਵੱਲੋਂ ਭਰਨ, ਪਤਾ ਲੱਗ ਜਾਏਗਾ। ਕਿਉਂਕਿ ਤੁਸੀਂ ਕਹਿੰਦੇ ਹੋ ਕਿ ਜਿਹੜਾ ਵੀ ਨੁਕਸਾਨ ਕਰੇਗਾ ਭਰਪਾਈ ਅਸੀਂ ਉਹਦੇ ਕੋਲੋਂ ਕਰਾਂਗੇ, ਰਾਸ਼ਟਰੀ ਸੰਪਤੀ ਦੀ ਕਰੋ। ਹੁਣ ਤੁਸੀਂ ਮੈਨੂੰ ਹੋਰ ਸਵਾਲ ਪੁੱਛਿਆ, ਕਿਸਾਨਾਂ ਨੇ ਕੋਈ ਰਾਸ਼ਟਰੀ ਸੰਪਤੀ ਨੂੰ ਕੋਈ ਨੁਕਸਾਨ ਨਹੀਂ ਕੀਤਾ। ਇਹ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੂੰ ਨਾ ਜਿਹੜਾ ਨਾ ਇਹ ਪਿੱਠ ਤੇ ਸ਼ਾਬਾਸ਼ੀ ਦੇਣੀ ਚਾਹੀਦੀ ਹੈ ਕਿ ਯਾਰ ਮਾਰਸ਼ਲ ਕੌਮ ਹੈਗੀ ਹੈ, ਮਗਰ ਇਹਨਾਂ ਨੇ ਆਪਣਾ ਸਿਰਫ ਹੱਕ ਮੰਗ ਰਹੇ ਨੇ, ਇਹ ਕਿਸੇ ਦਾ ਨੁਕਸਾਨ ਨਹੀਂ ਪਹੁੰਚਾ ਰਹੇ। ਔਰ ਤੁਹਾਨੂੰ ਇੱਕ ਗੱਲ ਹੋਰ ਵੀ ਦੱਸ ਦੇਵਾਂ, ਕੋਈ ਵੀ ਅਗਰ ਅੰਦੋਲਨ ਚੱਲਦਾ ਪਿਆ, ਕਿਸਾਨ ਅਗਰ ਬੈਠਾ ਪਿਆ, ਅਗਰ ਬਾਹਰ ਦਾ ਬੰਦਾ ਵੀ ਅਗਰ ਕੋਈ ਆ ਰਿਹਾ, ਫੋਰਨਰ ਆ ਰਿਹਾ, ਉਹਨੂੰ ਜਗ੍ਹਾ ਦੇ ਰਹੇ ਨੇ। ਅਗਰ ਐਂਬੂਲੈਂਸ ਦੀ ਗੱਡੀ ਅਗਰ ਆਂਦੀ ਪਈ, ਉਹਨੂੰ ਜਗ੍ਹਾ ਦੇ ਰਹੇ ਨੇ। ਅਗਰ ਕੋਈ ਸੋਸ਼ਲ ਮੀਡੀਆ ਅਗਰ ਕੋਈ ਜਾਂਦਾ ਪਿਆ ਤੇ ਉਹਨਾਂ ਨਾਲ ਵੀ ਬੜੀ ਤਮੀਜ਼ ਨਾਲ ਗੱਲ ਕਰਦੇ ਪਏ ਨੇ।
ਮਜ਼ੇ ਦੀ ਗੱਲ ਹੋਰ ਦੱਸ ਦੇਣਾ, ਅਗਰ ਜਿਸ ਤਰ੍ਹਾਂ ਬੀਜੇਪੀ ਨੇ ਆਰਐਸਐਸ ਨੇ ਕਈ ਬੰਦੇ ਵੀ ਪਕੜੇ, ਤੁਹਾਡੇ ਸੋਸ਼ਲ ਮੀਡੀਆ ਤੇ ਵੀ ਕਈ ਚੀਜ਼ਾਂ ਆ ਰਹੀਆਂ, ਉਹਨੂੰ ਕੁਝ ਨਹੀਂ ਕਿਹਾ ਗਿਆ। और वो बंदे कई कहते हैं कि जी हमें तो बड़ा अफसोस है कि हम लोग यहाँ आके पर्चे बांट रहे थे, और वो पता की कहते हैं कि सानू लंगर भी खुआया गया, सानू चाह भी पियाई गई है, बड़े तरीके नाल सानू तमीज़ नाल जिहड़ा हैगा ना सानू पुलिस के हवाले किया गया है। अगले की कहते हैं अगर हमारे पास अगर कोई और होता तो समझ लो कि हमारा तो कार्यक्रम हो गया था। ये गल दसो, ਜਿਹੜਾ ਬੰਦਾ ਸਾਡੇ ਅਗਰ ਇਹਦੇ ਵਿੱਚ ਕੋਈ ਵੀ ਕਿਸਾਨ ਅੰਦੋਲਨ ਦੇ ਵਿੱਚ ਖਨਨ ਪਾਣ ਆਇਆ ਹੈ, ਪੈਸੇ ਦੇ ਲਾਲਚ ਦੇ ਵਿੱਚ ਆਇਆ ਹੈ, ਉਹ ਪਕੜਿਆ ਗਿਆ ਹੈਗਾ, ਉਹਨੂੰ ਵੀ ਕਿਸਾਨਾਂ ਨੇ ਕੁਝ ਨਹੀਂ ਕਿਹਾ, ਬੜੇ ਤਮੀਜ਼ ਦੇ ਨਾਲ ਉਹਨੂੰ ਪੁਲਿਸ ਨਾਲ ਦੇ ਦਿੱਤਾ ਹੈ। ਉਹਨੇ ਗੱਲ ਦੱਸੋ, ਇਹ ਕਿਆ ਕਿਸਾਨਾਂ ਨੇ ਕੋਈ ਗਲਤੀ ਕੀਤੀ? ਅੱਜ ਜੇ ਕਿਸਾਨ ਅਗਰ ਆਪਣਾ ਹੱਕ ਮੰਗਦੇ ਪਏ ਨੇ, ਸਿਰਫ ਕਿਸਾਨ ਹੱਕ ਮੰਗਦੇ ਪਏ ਨੇ, ਨਾ ਤੇ ਉਹ ਰਾਸ਼ਟਰੀ ਸੰਪਤੀ ਨੂੰ ਨੁਕਸਾਨ ਕਰਨ ਵਾਸਤੇ ਆਏ ਨੇ, ਨਾ ਕੋਈ ਉਹ ਕੁਝ ਰੋਕਣ ਵਾਸਤੇ ਆਏ ਨੇ, ਨਾ ਹੀ ਕਿਸੇ ਆਮ ਜਨਤਾ ਦਾ ਕੋਈ ਉਹ ਨੁਕਸਾਨ ਕਰ ਰਹੇ ਨੇ, ਨਾ ਹੀ ਉਹਨਾਂ ਨੇ ਨੁਕਸਾਨ ਕੀਤਾ। ਦੂਜੀ ਗੱਲ, ਸਿੰਧੂ ਬਾਰਡਰ ਦੇਖ ਲਓ ਜਾਂ ਕੋਈ ਵੀ ਬਾਰਡਰ ਦੇਖ ਲਓ, ਤੁਸੀਂ ਦੇਖੋ ਵੱਡੀਆਂ ਵੱਡੀਆਂ ਸਕਰੀਨਾਂ ਲਾਈਆਂ ਹੋਈਆਂ। ਖਾਲਸਾ ਏਡ ਨੇ ਵੱਡੀ ਵੱਡੀ ਸਕਰੀਨ ਲਾਤੀ, ਕੀਰਤਨ ਚੱਲਦੇ ਪਏ ਨੇ। ਅੱਜ ਤੁਸੀਂ ਦੇਖੋ ਅਕਾਲ ਚੈਨਲ ਨੇ ਵੀ ਜਿਹੜਾ ਹੈਗਾ ਬੜੀ ਵੱਡੀਆਂ ਉੱਥੇ ਸੇਵਾਵਾਂ ਕਰਦਿਆ ਪਿਆ। ਅੱਜ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਉੱਥੇ ਲੰਗਰ ਲਗਾਉਂਦੇ ਪਏ ਨੇ, ਹੀਟਰ ਦਿੱਤੇ ਨੇ। ਜਾਗੋ ਪਾਰਟੀ ਦੇ ਮਨਜੀਤ ਸਿੰਘ ਜਿਹੜੇ ਜੀਕੇ ਹੈਗੇ ਨੇ, ਉਹਨਾਂ ਨੇ ਵੀ ਕਿਸਾਨਾਂ ਵਾਸਤੇ ਜਿਹੜੇ ਹੈਗੇ ਗੈਸ ਨਾਲ ਚੱਲਣ ਵਾਲੇ ਹੀਟਰ ਉੱਥੇ ਦਿੱਤੇ ਹੈਗੇ ਨੇ। ਕਈ ਚੀਜ਼ਾਂ, ਕਈ ਬੰਦੇ ਅਲੱਗ-ਅਲੱਗ ਸੇਵਾਵਾਂ ਦਿੰਦੇ ਪਏ। ਇਸ ਨਾਲ ਸੰਬੰਧਿਤ ਮੇਰੇ ਕੁਐਸਚਨ ਹੈ ਕਿ ਕਿਸਾਨ ਅੰਦੋਲਨ ਦਿੱਲੀ ਦੇ ਪੂਰੇ ਸਾਰੇ ਵੋਟਰਾਂ ਦੇ ਉੱਪਰ ਚੱਲ ਰਹੇ ਆ, ਤੇ ਦਿੱਲੀ ਦੇ ਸਿੱਖਾਂ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਦੇ ਵਿੱਚ ਬੜੀ ਵਧੀਆ ਕਾਰਗੁਜ਼ਾਰੀ ਹੈ ਦਿੱਲੀ ਦੇ ਸਿੱਖਾਂ ਦੀ। ਦਿੱਲੀ ਦੇ ਸਿੱਖ ਅਗਰ ਭਾਵੇਂ ਜਿਹੜਾ ਮਰਜ਼ੀ ਭਾਵੇਂ ਕੌਮ ਜਿਹੜਾ ਮਰਜ਼ੀ ਭਾਵੇਂ ਬਰਾਦਰੀ ਤੋਂ ਅਗਰ ਉਹ ਬਿਲੋਂਗ ਕਰਦਾ ਹੋਏ, ਅਗਲਾ ਕਹਿੰਦਾ ਨਹੀਂ ਯਾਰ ਅਸੀਂ ਜਾਣਾ ਹੈਗਾ। ਮੈਂ ਅਪਰੋਕਸੀਮੇਟਲੀ 25 ਦਿਨ ਤੋਂ ਰੋਜ਼ ਸਿੰਘੂ ਬਾਰਡਰ ਤੇ ਜਾਂ ਕਿਸੇ ਵੀ ਬਾਰਡਰ ਤੇ ਜਾ ਰਿਹਾ ਮੈਂ। ਜਿਵੇਂ ਤੁਸੀਂ ਸਟਾਰਟਿੰਗ 'ਚ ਹੀ ਕਿਹਾ ਕਿ ਮੈਂ ਤੁਹਾਨੂੰ ਦੇਖਿਆ ਕਿ ਸ਼ੌਲਾਂ ਵੰਡਦੇ ਕਈ ਵਾਰੀ ਅਸੀਂ ਨਹੀਂ ਵੰਡ ਰਹੇ, ਬਾਬਾ ਜੀ ਦਾ ਹੁਕਮ ਹੈ, ਸਾਡੇ ਪਹਿਲੇ ਪਾਤਸ਼ਾਹ ਤੇ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ, ਉਹ ਭਾਈ ਤੁਹਾਡੀ ਡਿਊਟੀ ਲਾਈ ਹੈ, ਜਾਓ ਤੁਸੀਂ ਕਰ ਦਿਓ। ਹੁਣ ਉਹਦੇ ਵਿੱਚ ਕੀ ਹੁੰਦਾ ਹੈ ਕਿ ਅਸੀਂ ਕਦੀ ਇਹਦੇ ਵਿੱਚ ਮੇਰੇ ਨਾਲ ਵੀ ਗੁਰਮਿੰਦਰ ਸਿੰਘ ਮਠਾਰੂ ਵੀ ਹੈਗੇ ਨੇ, ਤੇ ਬਾਬਾ ਜੀ ਨੇ ਮੇਰੀ ਔਰ ਗੁਰਮਿੰਦਰ ਸਿੰਘ ਮਠਾਰੂ ਦੀ ਡਿਊਟੀ ਲਾਈ ਹੈ। ਕਦੀ ਅਸੀਂ ਸ਼ਾਲਾ ਲੈ ਕੇ ਚੱਲ ਜਾਂਦੇ ਹਾਂ, ਕਦੀ ਅਸੀਂ ਦਸਤਾਨੇ ਲੈ ਕੇ ਚਲੇ ਜਾਂਦੇ ਹਾਂ, ਕਦੀ ਜਰਾਬਾਂ ਲੈ ਕੇ ਚਲੇ ਜਾਂਦੇ ਹਾਂ, ਕਦੀ ਅਸੀਂ ਕੰਬਲ ਲੈ ਕੇ ਚਲੇ ਜਾਂਦੇ ਹਾਂ। ਮਜ਼ੇ ਦੀ ਗੱਲ ਹੈਗੀ ਜੇ, ਜਿਹਨੂੰ ਅਸੀਂ ਜਾਂਦੇ ਹਾਂ ਦੇਣ ਵਾਸਤੇ, ਅਸੀਂ ਜਾਂਦੇ ਹਾਂ ਟਰਾਲੀਆਂ ਦੇ ਵਿੱਚ, ਰਾਤੀ ਅਸੀਂ ਕੰਬਲ ਜਾਂ ਸ਼ਾਲਾਂ ਦਿੰਦੇ ਹਾਂ। ਜਿਹਨੂੰ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ, ਪਾਪਾ ਜੀ ਸ਼ਾਲ ਚਾਹੀਦੀ, ਪਾਪਾ ਜੀ ਨਹੀਂ ਜੀ ਪਾਪਾ ਜੀ ਜਿਹੜਾ ਜ਼ਰੂਰਤਮੰਦ ਹੈਗਾ ਉਹਨੂੰ ਦੇ ਦਿਓ। ਜਿਹਨੂੰ ਚਾਹੀਦਾ ਭਾਰੀ ਕੰਬਲ, ਪਾਪਾ ਜੀ ਬਿਲਕੁਲ ਨਹੀਂ ਜੀ ਜਿਹਨੂੰ ਜ਼ਰੂਰਤ ਹੈਗੀ। ਮਤਲਬ ਹੈਰਾਨਗੀ ਦੀ ਇਹ ਗੱਲ ਹੈਗੀ ਹੈ ਕਿ ਜਿਹੜਾ ਕਿਸਾਨ ਅਗਰ ਸਾਡੀ ਸਰਕਾਰ ਕਹਿੰਦੀ ਹੈ ਨਾ ਕਿਸਾਨ ਗਰੀਬ ਹੈ, ਕਿਸਾਨ ਗਰੀਬ ਨਹੀਂ ਹੈਗਾ ਜੀ, ਕਿਸਾਨ ਤਾਂ ਬੜਾ ਅਮੀਰ ਹੈ। ਅਸੀਂ ਦੇਣ ਦੀ ਕੋਸ਼ਿਸ਼ ਕਰਨੇ ਉਹ ਲੈਂਦੇ ਕੋਈ ਨਹੀਂ। ਉਹ ਅਗਲੋਂ ਕਹਿੰਦੇ ਨਹੀਂ ਵੀਰ ਜੀ ਤੁਸੀਂ ਕੰਮ ਕਰੋ, ਪਿੱਛੇ ਨਾ ਟਰਾਲੀਆਂ 5-7 ਟਰਾਲੀਆਂ ਹੈਗੀਆਂ, ਉੱਥੇ ਉਹਨਾਂ ਨੂੰ ਜ਼ਰੂਰਤ ਹੈਗੀ, ਉੱਥੇ ਜਾ ਕੇ ਦੇ ਕੇ ਆਓ। ਕੀ ਸਮਝਾਂਗੇ ਜੀ? ਦਿੱਲੀ ਦੇ ਵੀ ਜਿਹੜੇ ਸਰਦਾਰ ਜਾਂ ਜਿਹੜੇ ਪੰਜਾਬੀ ਹੈਗੇ ਨੇ ਉਹ ਵੀ ਵੱਧ ਚੜ ਕੇ ਲੰਗਰ ਦੀ ਸੇਵਾ ਕਰਦੇ ਪਏ ਨੇ। ਔਰ ਮੈਂ ਜਦੋਂ ਜਾਂਦਾ ਮੈਂ ਕਈਆਂ ਨੂੰ ਵੇਖਣਾ ਰਸਤੇ 'ਚ, ਮੈਨੂੰ ਕਈਆਂ ਨੂੰ ਮੈਂ ਕਹਿਣਾ ਹਾਂਜੀ ਭਾਜੀ ਕਿੱਧਰ? ਉਹ ਕਹਿੰਦਾ ਯਾਰ ਗੋਭੀ ਦਾ ਟੈਂਪੂ ਭੇਜ ਰਹੇ ਆ, ਕੋਈ ਕਹਿੰਦਾ ਸੇਬਾਂ ਦਾ ਟੈਂਪੂ ਭੇਜ ਰਿਹਾ, ਹੁਣ ਕੋਈ ਕਹਿੰਦਾ ਜੀ ਬਦਾਮ, ਕੋਈ ਕਹਿੰਦਾ ਜੀ ਕਾਜੂ ਕਿਸ਼ਮਿਸ਼। ਇਹ ਵੀ ਤਕਲੀਫ ਹੋ ਗਈ ਲੋਕਾਂ ਨੂੰ ਕਿ ਬਈ ਬਦਾਮ ਕਿਵੇਂ ਖਾਂਦੇ ਪਏ ਨੇ, ਕਾਜੂ ਕਿਵੇਂ ਖਾਂਦੇ ਪਏ ਨੇ, ਕਿਸ਼ਮਿਸ਼ ਕਿਵੇਂ ਖਾਂਦੇ ਪਏ ਨੇ, ਪੀਜ਼ਾ ਕਿਵੇਂ ਖਾਂਦੇ ਪਏ ਨੇ। ਇੱਕ ਗੱਲ ਦੱਸੋ, ਉਹ ਭਾਈ ਖੇਤੀ ਤੇ ਬਦਾਮਾਂ ਦੀ ਵੀ ਕਿਸਾਨ ਹੀ ਕਰਦਾ, ਪਿਸਤੇ ਦੀ ਵੀ ਕਿਸਾਨ ਹੀ ਕਰਦਾ। ਜੇ ਪੀਜ਼ਾ ਖਾਂਦੇ ਪਏ ਨੇ ਤਾਂ ਜਿਹੜਾ ਉਹਦਾ ਮੈਦਾ ਜਿਹੜਾ ਬਣਦਾ ਉਹ ਵੀ ਤਾਂ ਕਿਸਾਨ ਜਿਹੜਾ ਆਏਗਾ ਆਟੇ ਦੇ 'ਚ ਮੈਦਾ ਤੇ ਉਹਦੇ 'ਚ ਹੀ ਬਣਦਾ। ਸਾਰਾ ਕੁਝ ਹੈ ਕਿਸਾਨੀ ਨਾਲ ਜੁੜਿਆ ਹੋਇਆ। ਕਿਸੇ ਨੂੰ ਨਹੀਂ ਸਮਝ ਲੱਗਦੀ ਪਈ, ਕਿਸਾਨ ਆਪਣਾ ਹੱਕ ਮੰਗ ਰਿਹਾ। ਔਰ ਮੈਂ ਤੁਹਾਨੂੰ ਗੱਲ ਦੱਸਾਂ, ਕਿਸਾਨ ਜਿੱਤੇਗਾ। ਔਰ ਸਾਡੇ ਜਿਹੜੇ ਭਾਰਤ ਦੇ ਜਿਹੜੇ ਸਾਡੇ ਮਾਨਨੀ ਪ੍ਰਧਾਨ ਮੰਤਰੀ ਹੈਗੇ ਨੇ, ਪ੍ਰਧਾਨ ਮੰਤਰੀ ਸਾਹਿਬ ਹੋ ਗਏ, ਕ੍ਰਿਸ਼ੀ ਮੰਤਰੀ ਹੋ ਗਏ, ਕਾਨੂੰਨ ਮੰਤਰੀ ਹੋ ਗਏ, ਗ੍ਰਹਿ ਮੰਤਰੀ ਸਾਡੇ ਹੈਗੇ ਨੇ, ਸਾਰਿਆਂ ਨੂੰ ਮਿਲ ਜੁਲ ਕੇ ਇਸ ਤਰ੍ਹਾਂ ਦੇਖਣਾ ਚਾਹੀਦਾ ਹੈ ਕਿ ਇਹਦੇ ਵਿੱਚ ਜੇ ਅਗਰ ਹਲਕਾ ਜਿਹਾ ਵੀ ਕੋਈ ਅਹੰਕਾਰ ਈਗੋ ਕਿਸੇ ਦੀ ਵੀ ਹੈਗੀ ਹੈ, ਉਹਨੂੰ ਛੱਡ ਕੇ ਔਨ ਦਾ ਟੇਬਲ ਬੈਠ ਕੇ ਇਹਦਾ ਗੱਲ ਕਰ ਲੈਣੀ ਚਾਹੀਦੀ ਹੈਗੀ ਹੈ। ਤੇ ਮੈਂ ਕਹਿੰਦਾ ਵਾਂ ਕਿ ਉਹ ਦਿਨ ਦੂਰ ਕੋ ਨਹੀਂ ਹੈਗਾ ਕਿ ਜੇ ਸਰਕਾਰ ਵੀ ਖੁਸ਼ਹਾਲ ਤੇ ਕਿਸਾਨ ਵੀ ਖੁਸ਼ਹਾਲ। ਇੱਕ ਆਖਰੀ ਸਵਾਲ ਇਹ ਹੋਏਗਾ ਕਿ ਇਸ ਵਕਤ ਦਿੱਲੀ ਦੇ ਸਿੱਖਾਂ ਦੀ ਆਪਾਂ ਗੱਲ ਕਰ ਲਈ ਹੈ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ, ਜਿਹੜੇ ਵੱਖ-ਵੱਖ ਜਗ੍ਹਾ ਤੋਂ ਵੀ ਲੰਗਰ ਲਗਾ ਰਹੇ ਨੇ, ਤੇ ਖਾਸ ਤੌਰ ਤੇ ਸਿਰਸਾ ਜੀ ਦੀ ਕਾਰਗੁਜ਼ਾਰੀ ਇਸ ਕਿਸਾਨ ਅੰਦੋਲਨ ਵਿੱਚ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਸਵਾਲ ਤੁਸੀਂ ਬੜਾ ਔਖਾ ਜਿਹਾ ਪੁੱਛ ਲਿੱਤਾ ਹੈ, ਮਗਰ ਮੈਨੂੰ ਇਹਦਾ ਜਵਾਬ ਦੇਣਾ ਪਏਗਾ, ਕੋਈ ਗੱਲ ਨਹੀਂ। ਸਿਰਸਾ ਜੀ ਵੇਖੋ ਅੱਜ ਦੀ ਤਰੀਕੇ ਬੜਾ ਭੱਜ ਰਹੇ ਨੇ ਜੀ, ਕਦੀ ਯੂਪੀ ਬਾਰਡਰ, ਕਦੀ ਰਾਮਪੁਰ, ਕਦੀ ਸਿੰਘੂ ਬਾਰਡਰ ਤੇ ਕਦੀ ਕਿਤੇ ਆਪਣੀ ਟੀਮ ਦੇ ਨਾਲ ਜਾਂਦੇ ਹੈਗੇ ਨੇ। ਔਰ ਹਰ ਜਗ੍ਹਾ ਤੇ ਜਾ ਕੇ ਬੇਪੱਕ ਹੋ ਕੇ ਆਪਣਾ ਜਵਾਬ ਵੀ ਦਿੰਦੇ ਪਏ ਨੇ, ਹਰ ਚੀਜ਼ ਦੀ ਵੀਡੀਓ ਆਪਣੀ ਪਾਉਂਦੇ ਪਏ ਨੇ, ਸੋਸ਼ਲ ਮੀਡੀਆ ਤੇ ਪਾਉਂਦੇ ਪਏ ਨੇ, ਅਸੀਂ ਇਹ ਕਰਤਾ, ਆਪਣੇ ਚੈਨਲਾਂ ਦੇ ਰਾਹੀਂ ਬੜਾ ਵੱਡਾ ਇੱਕ ਮੈਸੇਜ ਭਿਜਵਾਉਂਦੇ ਪਏ ਨੇ। ਬਹੁਤ ਵੱਡਾ ਜਿਹੜਾ ਹੈਗਾ ਨਾ ਇਹ ਤਾਰੀਫੇ ਕਾਬਲ ਕੰਮ ਕਰਦੇ ਪਏ ਨੇ। ਬਟ
ਇਹਨਾਂ ਨੂੰ ਸਿਰਸਾ ਸਾਹਿਬ ਨੂੰ ਇੱਕ ਚੀਜ਼ ਹੋਰ ਵੀ ਕਰਨੀ ਚਾਹੀਦੀ ਹੈ ਕਿ ਐਡੇ ਵੱਡਾ ਤੁਸੀਂ ਸਾਰਾ ਕੁਝ ਕਰਦੇ ਪਏ ਹੈਗੇ ਹੋ, ਬਹੁਤ ਵਧੀਆ ਕੰਮ ਕਰਦੇ ਪਏ ਹੈਗੇ ਹੋ, ਕਿਉਂਕਿ ਇਸ ਕਰਕੇ ਕਰਦੇ ਪਏ ਨੇ ਕਿਤੇ ਨਾ ਕਿਤੇ ਅਕਾਲੀ ਦਲ ਬਾਦਲ ਦੀ ਛਵੀ ਜਿਹੜੀ ਹੈਗੀ ਨਾ ਉਹ ਵੀ ਜਿਹੜੀ ਹੈਗੀ ਬਹੁਤ ਨੈਗੇਟਿਵਿਟੀ ਵਿੱਚ ਲੋਕਾਂ ਦੇ ਦਿਮਾਗ ਵਿੱਚ ਆ ਗਈ ਹੈਗੀ ਹੈ। ਸਮਝ ਗਏ ਹੋ, ਹਰ ਬੰਦਾ ਜਿਹਦੇ ਨਾਲ ਗੱਲ ਕਰੋ ਅਕਾਲੀ ਦਲ ਬਾਦਲ ਸ਼੍ਰੋਮਣੀ ਅਕਾਲੀ ਦਲ ਜਿਹੜੀ ਸੀ ਜਥੇਬੰਦੀਆਂ ਦੀ ਪਾਰਟੀ ਸੀ, 100 ਸਾਲ ਪੂਰੇ ਹੋ ਗਏ ਨੇ, ਲੋਕਾਂ ਨੇ ਆਪਣੀ ਖੂਨ ਦੇ ਨਾਲ ਇਹ ਪਾਰਟੀ ਨੂੰ ਸੀਚਿਆ ਸੀਗਾ, ਵੱਡਾ ਕੀਤਾ ਸੀਗਾ, ਠੀਕ ਹੈ ਨਾ। ਉਹਦੇ ਵਿੱਚ ਅਕਾਲੀ ਦਲ ਦੇ ਜਿਹੜੇ ਬੰਦੇ ਹੈਗੇ ਨੇ ਉਹ ਅੱਜ ਦੀ ਤਰੀਕੇ 'ਚ ਬੜੇ ਵਧੀਆ ਨੇ। ਜਦ ਦੇ ਅਕਾਲੀ ਦਲ ਬਾਦਲ ਜੁੜ ਗਿਆ ਤਦ ਲੋਕਾਂ ਦੇ ਦਿਮਾਗ ਦੇ ਵਿੱਚ ਹੁਣ ਚੈਨ ਜਿਹੜੀ ਹੈਗੀ ਨਾ ਉਹ ਹੁਣ ਲੋਕਾਂ ਦੇ ਦਿਮਾਗ ਦੇ ਵਿੱਚ ਇੱਕ ਬੜਾ ਵੱਡਾ ਇੱਕ ਅਕਾਲੀ ਦਲ ਬਾਦਲ ਕੋਈ ਵੀ ਕਹਿੰਦਾ ਨਾ ਉਹ ਬੰਦਾ ਦੂਜਾ ਬੰਦਾ ਸੋਚਦਾ ਯਾਰ ਇਹ ਸ਼ਾਇਦ ਕਿਤੇ ਇਹ ਕੋਈ ਨਾ ਕੋਈ ਗਲਤ ਕੰਮ ਕਰਦੇ ਹੋਣਗੇ। ਮੈਨੂੰ ਲੱਗਦਾ ਕਿ ਮਨਜਿੰਦਰ ਸਿੰਘ ਸਿਰਸਾ ਜੀ ਜਿਹੜੇ ਹੈਗੇ ਨੇ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਨੈਗੇਟਿਵਿਟੀ ਜਿਹੜੀ ਹੋ ਗਈ ਹੈ ਨਾ ਉਹਨੂੰ ਮੇਕਅਪ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ, ਜਿਵੇਂ ਜਨਾਨੀਆਂ ਨਹੀਂ ਲਗਾਉਂਦੀ ਸੁਰਖੀ ਬਿੰਦੀ ਤੇ ਉਹ ਸੁਰਖੀ ਬਿੰਦੀ ਲਗਾਉਣ ਦੀ ਕੋਸ਼ਿਸ਼ ਕਰਦੇ ਪਏ ਨੇ। ਦੂਜੀ ਗੱਲ, ਸਿਰਸਾ ਜੀ ਲੰਗਰ ਤੇ ਬਹੁਤ ਵਧੀਆ ਲਗਾਉਂਦੇ ਪਏ ਨੇ, ਬਹੁਤ ਵਧੀਆ। ਮੈਂ ਕਹਿੰਦਾ ਕਿ ਅੱਜ ਦੀ ਤਰੀਕ ਤੇ ਸਿਰਸਾ ਜੀ ਨੂੰ ਇਹ ਵੀ ਕੰਮ ਕਰਨਾ ਚਾਹੀਦਾ ਸੀਗਾ ਕਿ ਬਈ ਜਿਸ ਤਰ੍ਹਾਂ ਟੀਚਰਾਂ ਦੀ ਤਨਖਾਹ ਨਹੀਂ ਦਿੱਤੀ ਜਾ ਰਹੀ, ਟੀਚਰਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ। ਜਿਹੜਾ ਬੱਚੇ ਦਾ ਸਾਡਾ ਟੀਚਰ ਸਾਡੇ ਬੱਚੇ ਦਾ ਭਵਿੱਖ ਬਣਾਏਗੀ ਔਰ ਅਸੀਂ ਉਹਦੇ ਕੋਲ ਉਮੀਦ ਕਰੀਏ ਕਿ ਉਹਦੇ ਕੋਲ ਪੈਸੇ ਕੋਈ ਨਹੀਂ ਹੈਗੇ, ਤਨਖਾਹ ਦੀ ਉਹਦੀ ਕੁਛ ਨਾ ਦਈਏ ਤੇ ਸਾਡੇ ਬੱਚੇ ਦਾ ਭਵਿੱਖ ਬਣਾ ਦੇ, ਮੈਂ ਕਹਿੰਦਾ ਨਹੀਂ ਹੋ ਸਕਦਾ। ਉਸੇ ਟੀਚਰ ਨੇ ਦੇ ਕੋਲੋਂ ਪੜ੍ਹ ਕੇ ਵੱਡਾ ਹੋ ਕੇ ਉਹਨੇ ਕਿਸੇ ਨੇ ਇੰਜੀਨੀਅਰ ਬਣਨਾ, ਕਿਸੇ ਨੇ ਡਾਕਟਰ ਬਣਨਾ, IPS ਬਣਨਾ, ਕਿਸੇ ਨੇ ਵਕੀਲ ਬਣਨਾ। ਅੱਜ ਜੇ ਟੀਚਰਾਂ ਦੁਖੀ ਨੇ ਤੇ ਉਹਨਾਂ ਨੂੰ ਟੀਚਰਾਂ ਨੂੰ ਵੀ ਇਹਨਾਂ ਨੂੰ ਤਨਖਾਹ ਦੇਣੀ ਚਾਹੀਦੀ ਹੈ। ਦੂਜੀ ਮੈਂ ਗੱਲ ਹੋਰ ਕਹਾਂ, ਐਜੂਕੇਸ਼ਨ ਦੇ ਵਾਲੇ ਪਾਸੇ ਇਹਨਾਂ ਦਾ ਪੂਰਾ ਧਿਆਨ ਹੋਣਾ ਚਾਹੀਦਾ। ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਨਾ ਇਹਨਾਂ ਦੇ ਵਿੱਚ ਜਿਹੜਾ ਮੈਡੀਕਲ ਦੇ ਵਾਸਤੇ ਵੀ ਜਿਹੜਾ ਬਹੁਤ ਕੁਝ ਹੋਣਾ ਚਾਹੀਦਾ। ਅੱਜ ਦੀ ਤਰੀਕ ਦੇ ਵਿੱਚ ਲੰਗਰ ਲਗਾਉਣਾ ਬੜੀ ਵਧੀਆ ਗੱਲ ਹੈਗੀ। ਇਹ ਮੈਂ ਤੁਹਾਨੂੰ ਕੀ ਕਿਹਾ ਕਿ ਲੰਗਰ ਜਦ ਤੱਕ ਮਨੁੱਖਤਾ ਜਿੰਦੀ ਹੈਗੀ ਲੰਗਰ ਬੰਦ ਨਹੀਂ ਹੋ ਸਕਦਾ। ਸਾਡੇ ਪਹਿਲੇ ਪਾਤਸ਼ਾਹ ਦੀ ਲੰਗਰ ਜਿਹੜਾ ਇਹ ਚਲਾ ਗਏ ਨੇ, ਮਗਰ ਲੰਗਰ ਲਾਉਣ ਦੇ ਨਾਲ ਸਾਨੂੰ ਆਪਣੇ ਸਿੱਖੀਜ਼ਮ ਨੂੰ ਉੱਤੇ ਚੁੱਕਣ ਵਾਸਤੇ ਬੜਾ ਕੁਝ ਕਰਨਾ ਪਏਗਾ, ਸੱਚ ਦਾ ਸਾਹਮਣਾ ਕਰਨਾ ਪਏਗਾ। ਸਾਨੂੰ ਐਜੂਕੇਸ਼ਨ ਸਾਨੂੰ ਇਹ ਗ੍ਰੇਟ ਐਜੂਕੇਸ਼ਨ ਲਿਆਣੀ ਪਏਗੀ, ਮੈਡੀਕਲ ਇਹ ਗ੍ਰੇਟ ਲਿਆਣੀ ਪਏਗੀ। ਹੁਣ ਇਹਦੇ ਵਿੱਚ ਅਗਰ ਅਸੀਂ ਕਹੀਏ ਕਿ ਭੱਜ ਕੇ ਅਸੀਂ ਕਹੀਏ ਕਿ ਅਸੀਂ ਲੰਗਰ ਲਗਾ ਦਿੱਤਾ, ਉਹ ਸਿਰਫ ਇੱਕ ਲੰਗਰ ਲਗਾਉਣ ਦੇ ਨਾਲ ਸਿਰਫ ਬੰਦੇ ਦੀ ਭੁੱਖ ਮਿਟ ਸਕਦੀ ਹੈ। ਉਹਦੇ ਜਿਹੜੇ ਅੱਜ ਦੀ ਤਰੀਕੇ 'ਚ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਤੁਹਾਨੂੰ ਬੜੀ ਕਲੀਅਰਲੀ ਗੱਲ, ਇਹ ਗੱਲ ਸੱਚਾਈ ਬੜੀ ਹੈਗੀ ਜੇ। ਹੁਣ ਜੇ ਬੰਦਾ ਪੜ੍ਹ ਲਿਖ ਜਾਏਗਾ ਤੇ ਜੇ ਬੰਦਾ ਪੜ੍ਹ ਲਿਖ ਕੇ ਜਾਏਗਾ ਤਦੀ ਤੇ ਉਹਦੇ ਤੁਹਾਡੇ ਕੋਲ ਕੁਝ ਕੁਐਸਚਨ ਪੁੱਟ ਕਰੇਗਾ। ਹੁਣ ਜੇ ਤੁਸੀਂ ਇਹ ਕਹਿੰਦੇ ਨੇ ਕਿ ਐਜੂਕੇਸ਼ਨ ਹੋਏ ਨਾ, ਇਹ ਕਹਿੰਦੇ ਨੇ ਐਜੂਕੇਸ਼ਨ ਨਾ ਹੋਏ, ਹੁਣ ਜੇ ਐਜੂਕੇਸ਼ਨ ਤੁਹਾਡੇ ਕੋਲ ਹੋਏਗੀ, ਸਿੱਖ ਕਿਰਦਾਰ ਦਾ ਬੰਦਾ, ਗੁਰੂ ਗੋਬਿੰਦ ਸਿੰਘ ਦਾ ਸਜਾਇਆ ਦਸਤਾਰ ਸਜਾਈ ਹੋਈ ਸਿੱਖ ਬੰਦਾ ਕਿਤੇ ਵੀ ਜਾ ਕੇ ਅੱਜ ਖੜਾ ਹੋ ਜਾਏਗਾ ਤੇ ਪਤਾ ਲੱਗੇਗਾ ਕਿ ਬੰਦਾ ਐਜੂਕੇਟਿਡ ਬੰਦਾ ਹੈਗਾ। ਅੱਜ ਮੈਂ ਕਹਿੰਦਾ ਦੇਸ਼ ਵਿਦੇਸ਼ ਦੇ ਵਿੱਚ ਪੂਰੇ ਤੁਸੀਂ ਕਿਤੇ ਵੀ ਚਲੇ ਜਾਓ ਕੰਟਰੀਆਂ ਦੇ ਵਿੱਚ ਸਿੱਖਾਂ ਦੀ ਇੱਕ ਬੜੀ ਵੱਡੀ ਇੱਕ ਹੋਂਦ ਬਣ ਚੁੱਕੀ ਹੈ। ਅੱਜ ਤੁਸੀਂ ਅਗਰ ਉਸ ਹੋਂਦ ਨੂੰ ਤੁਸੀਂ ਇੱਥੇ ਆਪਣੇ ਹਿੰਦੁਸਤਾਨ ਦੇ ਵਿੱਚ ਤੇ ਕਰ ਸਕਦੇ ਹੋ। ਹੁਣ ਤੁਸੀਂ ਜਿਹੜਾ ਬੰਦਾ ਤੁਹਾਡੇ ਕੋਲ ਕੋਈ ਸਵਾਲ ਪੁੱਛੇ ਤੁਸੀਂ ਉਹਨੂੰ ਪਾਰ ਕਰ ਦਿੰਦੇ ਹੋ, ਜਿਹੜਾ ਬੰਦਾ ਤੁਹਾਡੇ ਕੋਲ ਕੋਈ ਸਵਾਲ ਦਾ ਜਵਾਬ ਮੰਗੇ ਤੁਸੀਂ ਉਹਨੂੰ ਲਿੰਗਰ ਔਨ ਕਰ ਦਿੰਦੇ ਹੋ। ਲਿੰਗਰ ਔਨ ਕਰਨੇ ਦੇ ਨਾਲ ਤੁਸੀਂ ਕਦੀ ਵੀ ਅਸੀਂ ਆਪਣੀ ਸਿੱਖੀਜ਼ਮ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ। ਇੱਕ ਗੱਲ ਦੱਸੋ, ਯਹੂਦੀਆਂ ਦੇ ਨਾਲ ਤੇ ਸਿੱਖਾਂ ਦੇ ਨਾਲ ਸੇਮ ਅਤਿਆਚਾਰ ਹੋਇਆ ਸੀ। ਹੁਣ ਇੱਕ ਗੱਲ ਤੁਹਾਨੂੰ ਮੈਂ ਪੁੱਛਣਾ, ਯਹੂਦੀ ਅੱਜ ਦੀ ਤਰੀਕ ਦੇ ਵਿੱਚ ਪੂਰੇ ਦੇ ਪੂਰੇ ਵਰਲਡ ਨੂੰ ਕੰਟਰੋਲ ਕਰਦੇ ਪਏ ਨੇ ਔਰ ਅੱਜ ਉਹਨਾਂ ਨੇ ਸਿਰਫ ਐਜੂਕੇਸ਼ਨ ਦੇ ਵਾਲੇ ਪਾਸੇ ਧਿਆਨ ਕੀਤਾ ਕਿ ਸਾਡੇ ਸਾਰੇ ਦੇ ਸਾਰੇ ਬੰਦੇ ਅੱਜ ਯਹੂਦੀ ਜਿਹੜਾ ਹੈਗਾ ਤੁਸੀਂ ਦੇਖੋ ਪੂਰੇ ਦੇ ਪੂਰੇ ਇੰਜੀਨੀਅਰ ਟੌਪ ਦਾ ਉਹਨਾਂ ਦਾ, ਅੱਜ ਉਹਨਾਂ ਕੋਲ ਟੈਕਨੋਲੋਜੀ ਦੇਖੋ ਟੌਪ ਦੀ ਹੈਗੀ ਹੈ, ਅੱਜ ਉਹਨਾਂ ਕੋਲ ਜੱਜ ਟੌਪ ਦੇ ਹੈਗੇ ਨੇ, ਅੱਜ ਡਾਕਟਰ ਦੇਖੋ ਟੌਪ ਦੇ ਹੈਗੇ ਨੇ। ਉਹ ਕਿਹਦੀ ਪੂਜਾ ਕਰਦੇ ਪਏ ਨੇ? ਇੱਕ ਦੀਵਾਰ ਹੈਗੀ ਉਹਦੀ ਪੂਜਾ ਕਰਦੇ ਪਏ ਨੇ। ਅਸੀਂ ਤੇ ਕੀ ਕਰਦੇ ਪਿਆ ਕਿ ਗੁਰਦੁਆਰਾ ਸਾਹਿਬ ਅਸੀਂ ਬਣਾਉਣਾ ਹੈਗਾ ਜੀ। ਅਗਰ ਸਾਡੇ ਕੋਲ ਅਗਰ ਤੁਸੀਂ ਦੇਖੋ 12,773 ਸਾਡੇ ਕੋਲ ਪਿੰਡ ਹੈਗੇ ਨੇ ਪੰਜਾਬ ਦੇ ਤੇ 16,003 ਉਹਦੇ ਵਿੱਚ ਡੇਰਾ ਹੈਗਾ। ਡੇਰੇਵਾੜੀ ਜੀ ਅਸੀਂ ਬੜੇ ਪਿਆ, ਸਾਨੂੰ ਡੇਰੇਵਾਜ ਕੌਣ ਵੜਨ ਵਾਲਾ ਹੈਗਾ? ਕੋਈ ਨਾ ਕੋਈ ਤਾਂ ਸਾਡੇ ਆਪਣੇ ਹੀ ਬੰਦੇ ਹੋਣਗੇ ਨਾ ਡੇਰੇਵਾਜ ਵੜ ਜਾਣ, ਨਾ ਇਹ ਪੜ੍ਹਾਈ ਲਿਖਾਈ ਕਰਨ, ਇੱਥੇ ਮੋਲੀ ਪਾ ਲੈਣ, ਬਾਬਾ ਜੀ ਬਾਬਾ ਜੀ ਬਾਬਾ ਜੀ ਕਹੀ ਜਾਣ, ਟਿੱਕਾ ਲਗਾ ਲੈਣ, ਮੋਲੀ ਪਾ ਲੈਣ, ਬਸ ਜੋ ਬਾਬਾ ਜੀ ਨੇ ਕਿਹਾ ਤਾਂ ਉਹ ਆਪਾਂ ਕਰ ਦਿਆਂਗੇ। ਕਈ ਤੇ ਮੈਂ ਐਸੇ ਰਿਸ਼ਤੇ ਪੰਜਾਬ ਦੇ ਦੇਖੇ ਨੇ ਕਿ ਉਹ ਚੰਗੇ ਭਲੇ ਰਿਸ਼ਤੇ ਬਾਬਾ ਜੀ ਨੇ ਕਹਿਤਾ ਨਹੀਂ ਕਰਨਾ, ਉਹ ਕਹਿੰਦਾ ਬਾਬਾ ਜੀ ਨੇ ਨਹੀਂ ਕਰਨਾ। ਹੁਣ ਸਾਡੇ ਜਿਹੜੇ ਡੇਰਾਵਾਦ ਹੈਗਾ ਸੀਗਾ ਪੰਜਾਬੀਆਂ ਨੂੰ ਖਤਮ ਕਰਨ ਵਾਸਤੇ ਇਹ ਬੜੇ ਗੁਪਤ ਜਿਹੜੇ ਫੈਸਲੇ ਲਿੱਤੇ ਗਏ ਹੋਏ ਨੇ। ਮੈਨੂੰ ਤੁਹਾਡੇ ਚੈਨਲ ਤੋਂ ਕਹਿਣ ਤੇ ਕੋਈ ਵੀ ਗੁਰੇਜ਼ ਕੋਈ ਨਹੀਂ ਹੈਗਾ। 1984 ਤੋਂ ਬਾਅਦ ਗੁਪਤ ਫੈਸਲੇ ਲਿੱਤੇ ਗਏ ਸੀਗੇ ਬਈ ਜਿਹੜਾ ਬੰਦਾ, ਮੈਂ ਤੁਹਾਡੀ ਗੱਲ ਨੂੰ ਥੋੜੀ ਜਿਹੀ ਆਊਟ ਜਾ ਰਿਹਾ, ਕੋਈ ਦਿੱਕਤ ਨਹੀਂ। ਜਿਹੜਾ ਬੰਦਾ ਇਹ ਗੁਪਤ ਫੈਸਲੇ ਲਿੱਤੇ ਗਏ ਨੇ ਕਿ ਜਿਹੜਾ ਬੰਦਾ ਪ੍ਰਚਾਰ ਕਰਦਾ ਹੈ ਜੀ ਉਹਨੂੰ ਘਰੋਂ ਚੁੱਕ ਲਓ ਜਾਂ ਉਹ ਪ੍ਰਚਾਰ ਜਿਹੜਾ ਹੈਗਾ ਕਥਾਵਾਚਕ ਨੂੰ ਬੰਦ ਕਰ ਦਿਓ। ਉਸ ਤੋਂ ਬਾਅਦ ਕੀ ਕਿਹਾ ਸੀਗਾ ਕਿ ਭਈਆ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਦੇਖੋ ਕਿ ਸਿੱਖੀਜ਼ਮ ਨੂੰ ਜਿਹੜਾ ਹੈਗਾ ਘਾਣ ਕਰਨ ਵਾਸਤੇ ਸਿੱਖਾਂ ਨੂੰ ਭਈ ਇਹੋ ਜਿਹੀਆਂ ਉਹਦੀਆਂ ਫਿਲਮਾਂ ਬਣਾ ਦਿਓ, ਇਹੋ ਜੋਕਰ ਪੰਨੋ ਦਾ ਦਿਖਾ ਦਿਓ। ਸਾਡੇ ਜਿਹੜੇ ਬੱਚੇ ਹੈਗੇ ਨੇ ਉਹ ਜਦੋਂ ਫਿਲਮਾਂ ਵੇਖਣ, ਉਹਦਾ ਕਿਰਦਾਰ ਵੇਖਣ, ਆਪਣੇ ਮਾਂ-ਬਾਪ ਨੂੰ ਕਹਿਣ ਅਸੀਂ ਸਿੱਖ ਨਹੀਂ ਬਣਨਾ, ਕੋਈ ਵਾਲ ਕਟਾ ਲੈਂਦਾ, ਕੋਈ
ਭਰਵੱਟੇ ਕੋਲ ਜਨਾਨੀਆਂ ਮਨਾ ਲੈਂਦੀਆਂ, ਸਾਡੇ ਜਿਹੜੀ ਸਿੱਖੀ ਇਤਿਹਾਸ ਵੱਲ ਸਾਨੂੰ ਭੇਜਣ ਜਾਂਦਾ। ਫਿਰ ਪੰਜਾਬ ਨੂੰ ਕਹਿੰਦੇ ਸੀ ਨਸ਼ਾ ਬੜਾ ਨਸ਼ੇ 'ਚ ਪਾਤਾ। ਉਹ ਮੈਂ ਕਹਿੰਦਾ ਵਾ ਅੱਜ ਦੀ ਤਰੀਕੇ ਸਾਨੂੰ ਦੇਖਣਾ ਪਏਗਾ ਕਿ ਸਾਡਾ ਪੰਜਾਬ ਖੁਸ਼ਹਾਲ ਅੱਜ ਦੀ ਤਰੀਕੇ ਤੁਹਾਨੂੰ ਨਜ਼ਰ ਆ ਰਿਹਾ ਨਾ ਪੰਜਾਬ ਦਾ ਜਿਹੜਾ ਉਹ ਕਹਿੰਦੇ ਅਸੀਂ ਵਾਸੀ ਦੇਸ਼ ਪੰਜਾਬ ਦੇ, ਸਾਡੇ ਡੋਲਿਆਂ ਵਿੱਚ ਹੈ ਜਾਨ, ਅਸੀਂ ਭਰ ਘਿਓ ਦੇ ਪੀਪੇ ਅਸੀਂ ਕੀ ਪਰਵਾਹ ਕਰਦੇ ਆ। ਅੱਜ ਦੀ ਤਰੀਕੇ ਤੇ ਜੇ ਖੱਟਰ ਸਾਹਿਬ ਨੇ ਅਗਰ 20 ਫੁੱਟ ਸੜਕ ਖੋਦੀ, ਉਹ ਯਾਰ ਰੋਜ਼ ਸੜਕ ਰੋਜ਼ ਖੇਤ ਖੋਦਦੇ ਨੇ, ਰੋਜ਼ ਮਿੱਟੀ ਖੋਦਦੇ ਨੇ ਤੇ ਰੋਜ਼ ਮਿੱਟੀ ਉਹਦੇ 'ਚ ਪਾ ਦਿੰਦੇ ਨੇ। ਇਹਨਾਂ ਵਾਸਤੇ ਨਾ ਦੇ ਪੱਥਰ ਚੁੱਕਣਾ ਸਾਈਡ ਤੇ ਹੈਗਾ, ਨਾ ਮਿੱਟੀ ਖੋਦ ਕੇ ਉਹਦੇ ਵਿੱਚ ਉਹਨੂੰ ਪਾਉਣ ਵਾਸਤੇ ਜਿਹੜਾ ਸਾਈਡ ਤੇ ਹੈਗਾ। ਮੈਂ ਇੱਕੋ ਗੱਲ ਕਹਾਂਗਾ, ਤੁਸੀਂ ਸਿਰਸਾ ਸਾਹਿਬ ਦੀ ਗੱਲ ਕਹੀ ਸੀ, ਸਿਰਸਾ ਸਾਹਿਬ ਦੇ ਵਿੱਚ એનર્ਜੀ ਤੇ ਹੈ, ਦੌੜ ਕੇ ਕੰਮ ਕਰਦੇ ਪਏ ਗਏ ਨੇ, ਮਗਰ ਦੌੜ ਕੇ ਕੰਮ ਕਰਨ ਦੇ ਪਿੱਛੇ ਵੀ ਤੁਹਾਨੂੰ ਪਤਾ ਹੀ ਹੈ ਕਿ ਉਹ ਅਕਾਲੀ ਦਲ ਬਾਦਲ ਦੀ ਜਿਹੜੀ ਛਵੀ ਜਿਹੜੀ ਖਰਾਬ ਹੈਗੀ ਹੈ, ਉਹਨੂੰ ਦੌੜ ਕੇ ਜਦੋਂ ਕੰਮ ਕਰਨਗੇ ਉਹ ਛਵੀ ਠੀਕ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ। ਸੰਗਤਾਂ ਦੇ ਦਿਮਾਗ ਦੇ 'ਚ ਹੁਣ ਬੜਾ ਵੱਡਾ ਇੱਕ ਚੀਜ਼ ਜਿਹੜੀ ਫਿੱਟ ਹੋ ਚੁੱਕੀ ਹੈ, ਕਹਿੰਦੇ ਨਾ ਚਿੱਪ ਫਿੱਟ ਹੋ ਚੁੱਕੀ ਹੈ। ਥੋੜੇ ਕਿਤੇ ਉਹ ਛਵੀ ਠੀਕ ਮੇਰੇ ਖਿਆਲ ਨਹੀਂ ਹੋ ਸਕਦੀ ਜਦ ਤੱਕ ਕਿ ਅਸੀਂ ਐਜੂਕੇਸ਼ਨ ਔਰ ਮੈਡੀਕਲ ਵਾਲੇ ਪਾਸੇ ਪੂਰਾ ਦਾ ਪੂਰਾ ਧਿਆਨ ਨਹੀਂ ਦਿਆਂਗੇ ਔਰ ਟੀਚਰਾਂ ਵਾਲੇ ਪਾਸੇ ਧਿਆਨ ਨਹੀਂ ਦਿਆਂਗੇ, ਸਕੂਲਾਂ ਵਾਲੇ ਪਾਸੇ ਜਦੋਂ ਧਿਆਨ ਨਹੀਂ ਦਿਆਂਗੇ, ਇਹ ਛਵੀ ਥੋੜੇ ਕਿਤੇ ਠੀਕ ਨਹੀਂ ਹੋਣੀ। ਇਸ਼ਪਾਲ ਜੀ। ਸੋ ਇਹ ਸਨ ਜਗਜੀਤ ਸਿੰਘ ਜੀ ਇਹ ਮੁੱਦਰ, ਜੋ ਕਿ ਇੱਕ ਬਹੁਤ ਵੱਡੇ ਬਿਜ਼ਨਸਮੈਨ ਵੀ ਹੈਗੇ ਨੇ ਅਤੇ ਨਾਲ ਦੇ ਨਾਲ ਆਪਣੀ ਗੱਲ ਜਿਹੜੀ ਹੈ ਬੜੀ ਬੇਬਾਕੀ ਦੇ ਨਾਲ ਰੱਖਦੇ ਨੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ, ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਨੇ ਆਪਣੀ ਜਿਹੜੀ ਗੱਲ ਹੈ ਬੜੀ ਵਜ਼ਨਦਾਰ ਤਰੀਕੇ ਦੇ ਨਾਲ ਰੱਖੀ ਹੈ। ਪ੍ਰਵਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।